ਗੱਲਬਾਤ ਆਪਾਂ ਅਵਤਾਰ ਸਿੰਘ ਖੰਡਾ ਹੋਰਾਂ ਤੋਂ ਸ਼ੁਰੂ ਕਰਨੀ ਹੈ। ਇੰਗਲੈਂਡ ਦੇ ਵਿੱਚ ਅੱਜ 1.5 ਮਹੀਨਾ ਹੋ ਗਿਆ ਉਹਨਾਂ ਦੀ ਡੈਥ ਹੋ ਗਈ, ਜਿਹੜੀ ਵਿਵਾਦਾਂ ਦੇ ਵਿੱਚ ਹੈ ਕਿ ਆਖਰ ਹੋਇਆ ਕਿਵੇਂ। 3 ਦਿਨਾਂ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਜੇ ਇੱਕ ਐਜ਼ ਮੀਡੀਆ ਪਰਸਨ ਜੋ ਮੈਂ ਦੇਖਦਾ ਸੋਸ਼ਲ ਮੀਡੀਆ ਜਾਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਦਾ, ਉਹ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਭਾਈ ਇਹਦੇ ਵਿੱਚ ਕੁਛ ਨਾ ਕੁਛ ਤਾਂ ਹੈ। ਜਿਹੜਾ 3 ਦਿਨ ਦੇ ਵਿੱਚ ਬੰਦੇ ਨੂੰ ਕੈਂਸਰ ਹੋ ਗਿਆ, ਕੈਂਸਰ ਹੋਣ ਤੋਂ ਬਾਅਦ ਮੌਤ ਵੀ ਹੋ ਜਾਂਦੀ ਹੈ। ਸੋ ਇਹ ਸਾਰਾ ਕੁਛ ਕਿਵੇਂ ਦੇਖਦੇ ਹੋ? ਇਹ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਮਾਨਵਤਾ ਦੇ ਆਧਾਰ ਤੇ, ਫਿਰ ਸ਼ਾਇਦ ਮਾਤਾ ਜੀ ਭੈਣ ਜੀ ਇੱਥੇ ਹੁੰਦੇ, ਫਿਰ ਸ਼ਾਇਦ ਪਰਿਵਾਰ ਕੋਈ ਗੱਲ ਕਰਦਾ, ਆਮ ਲੋਕਾਂ ਦੇ ਵਿੱਚ ਕੋਈ ਭਾਵਨਾ ਕੋਈ ਜੁੜਦੀ, ਕੋਈ ਮਹਿਸੂਸ ਕਰਦੇ ਕਿ ਆਹ ਨਹੀਂ ਆ। ਸਾਰਾ ਕੁਝ ਦੁਬਦਾ ਪੂਰਵਕ ਆ, ਔਰ ਦੁਬਦਾ ਪੂਰਵਕ ਵਿੱਚ ਜਦੋਂ ਸਾਰਾ ਕੁਝ ਅੰਡਰ ਪ੍ਰੋਸੈਸ ਹੈ ਤੇ ਆਪਾਂ ਐਵੇਂ ਹਵਾ ਵਿੱਚ ਵੀ ਕੋਈ ਗੱਲ ਨਹੀਂ ਛੱਡ ਸਕਦੇ। ਜ਼ਿੰਮੇਵਾਰ ਇਨਸਾਨ ਜਿੰਨਾ ਚਿਰ ਸਬੂਤ ਹੀ ਨਹੀਂ। ਇਹ 3 ਜਿਹੜੀਆਂ ਮੌਤਾਂ ਹੋਈਆਂ ਨੇ, ਮੌਤਾਂ ਕਹਿ ਸਕਦੇ ਆਪਾਂ ਇਹਨਾਂ ਨੂੰ, ਕਿ ਇਹਨਾਂ ਦਾ ਦਾਅਵਾ ਕਰ ਰਿਹਾ ਹੈ ਇੰਡੀਅਨ ਮੀਡੀਆ, ਭਾਰਤੀ ਮੀਡੀਆ ਦਾਅਵਾ ਕਰ ਰਿਹਾ ਕਿ ਰॉ ਵੱਲੋਂ ਕੀਤੇ ਗਏ ਨੇ। ਹਾਲਾਂਕਿ ਭਾਰਤ ਦਾ ਕੋਈ ਵੀ ਅਫੀਸ਼ੀਅਲ ਇਹਦੇ ਉੱਤੇ ਆ ਕੇ ਸਟੇਟਮੈਂਟ ਨਹੀਂ ਦਿੰਦਾ। ਤੇ ਦੂਸਰੀ ਗੱਲ ਇਹ ਹੈ, ਸਟੇਟਮੈਂਟ ਨਾ ਦੇਣਾ ਤਾਂ ਠੀਕ ਆ, ਪਰ ਉਹ ਇਹਨਾਂ ਨੂੰ ਕੰਡੈਮ ਵੀ ਨਹੀਂ ਕਰਦਾ ਕਿ ਅਸੀਂ ਜੋ ਮੀਡੀਆ ਕਹਿ ਰਿਹਾ ਭਾਈ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ। ਉਹ ਚੁੱਪ ਨੇ ਬਿਲਕੁਲ, ਹੈ ਨਾ। ਸੋ ਇਹਨੂੰ ਇੱਕ ਤਰ੍ਹਾਂ ਦਾ ਇਹ ਵੀ ਕਹਿ ਰਹੀ, ਹੁਣ ਸਿੱਖ ਆਪੋ ਆਪਣੇ ਤਰੀਕੇ ਨਾਲ ਇਹਦੇ ਉੱਤੇ ਰਿਐਕਟ ਕਰ ਰਹੇ ਨੇ। ਸ਼ਾਇਦ ਉਹ ਆਰਾਮ ਦੇ ਨਾਲ ਬੈਠ ਕੇ ਦੇਖ ਰਹੇ ਨੇ, ਇੱਕ ਪਾਸੇ ਮੀਡੀਆ, ਇੱਕ ਪਾਸੇ ਸਿੱਖ ਨੇ। ਸੋ ਆਪਾਂ ਆਪਣੇ ਤਰੀਕੇ ਨਾਲ ਸਾਰੇ ਲੱਗੇ ਹੋਏ ਰਿਐਕਟ ਕਰਨ, ਤੇ ਇਹਦੇ ਨਾਲ ਫਿਰ ਦੁਬਿਧਾ ਦੇ ਨਾਲ ਡਰ ਵੀ ਤਾਂ ਪੈਦਾ ਹੋ ਰਿਹਾ ਨਾ। ਤੇ ਇਹ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਆ ਤੇ ਇਹਦੇ ਪ੍ਰਧਾਨ ਮੰਤਰੀ, ਇਹਨਾਂ ਨੇ ਤੇ ਜਦੋਂ ਕੋਵਿਡ ਆਇਆ ਸੀ ਉਦੋਂ ਇੱਕ ਸਪੀਚ ਵੀ ਦਿੱਤੀ ਸੀ ਕਿ ਹਮ ਆਪ ਦਾ ਮੈਂ ਅਫਸਰ ਢੂੰਢਦੇ ਉਹਨਾਂ ਨੂੰ ਇਸ ਸਾਰੇ ਜਿਹੜੇ ਕਨਫਿਊਜ਼ਨ ਆ ਜਾਂ ਜੋ ਸਾਰਾ ਕੁਝ ਮੀਡੀਆ ਵਿੱਚ ਵਾਪਰ ਰਿਹਾ, ਵਰਤਾ ਰਿਹਾ, ਜਿਵੇਂ ਹਿਟਲਰ ਦਾ ਮੀਡੀਆ ਐਡਵਾਈਜ਼ਰ ਗੋਬਲਸ ਸੀਗਾ, ਤੇ ਉਹਨੇ ਕਿਹਾ ਸੀਗਾ ਕਿ ਜੇ ਤੁਸੀਂ ਇੱਕ ਝੂਠ ਨੂੰ 100 ਵਾਰੀ ਜਾਂ ਬਾਰ-ਬਾਰ ਪ੍ਰਚਾਰ ਕਰੋਗੇ ਤੇ ਉਹ ਝੂਠ ਸੱਚ ਵਰਗਾ ਲੱਗਣ ਲੱਗ ਪਊਗਾ। ਤਾਂ ਇਹਨਾਂ ਨੂੰ ਇਸ, ਕਿਉਂਕਿ ਮੀਡੀਆ ਵੀ ਉੱਥੇ ਦਾ ਸਿਧਾਂਤਹੀਣ ਹੋ ਚੁੱਕਾ, ਚਾਹੇ ਸਰਮਾਏਦਾਰਾਂ ਦਾ, ਚਾਹੇ ਉਹ, ਕਿਉਂਕਿ ਉਹ ਮੀਡੀਆ ਜਿਹੜਾ ਇੱਕ ਜਿਹੜੀ ਉਹ ਸੰਵੇਦਨਸ਼ੀਲਤਾ ਹੁੰਦੀ ਆ ਜਾਂ ਜਿਹੜਾ ਉਹ ਨੋਬਲ ਕੌਜ਼ ਹੁੰਦਾ, ਜਿਵੇਂ ਦਾਸ ਨੇ ਪਹਿਲਾਂ ਜ਼ਿਕਰ ਕੀਤਾ, ਉਹ ਤੋਂ ਲੱਥ ਕੇ ਸਿਧਾਂਤਹੀਣ ਔਰ ਇੱਕ ਐਕਟਰਾਂ ਵਾਂਗੂ ਪਰਫਾਰਮ ਕਰਨ ਵਾਲਿਆਂ ਦਾ ਮੀਡੀਆ ਬਣ ਗਿਆ। ਔਰ ਉੱਥੇ ਦਾ ਮੀਡੀਆ ਛੱਡ ਕੇ ਇੱਥੇ ਦੇ ਮੀਡੀਆ ਨੇ ਇਸ ਤਰ੍ਹਾਂ ਨਾਲ ਇਹਨੂੰ ਇੰਟਰਪ੍ਰੀਟੇਸ਼ਨ ਕਰਤੀ ਕਿ ਦੇਖੋ ਜੀ ਬੀਬੀ ਕਰਨਜੀਤ ਕੌਰ ਜੀ ਕਹਿ ਰਹੇ ਮੈਂ ਆਪਾਂ ਅਵਤਾਰ ਸਿੰਘ ਖੰਡਾ ਦੇ ਸੰਸਕਾਰ ਤੇ ਜਾਣਾ, ਜਾਣ ਕੇ ਨਾ ਇੱਥੇ ਆਪਣਾ ਮੀਡੀਆ ਵੀ ਮਤਲਬ ਟਪੜਾ ਖਾ ਗਿਆ, ਜਦ ਕਿ ਸਾਰੇ ਪਾਸੇ ਨੋਬਲ ਕੌਜ਼ ਨੂੰ ਲੈ ਕੇ ਜਾਂ ਉਹਨਾਂ ਦੀ ਸਪੀਚ ਨੂੰ ਚੰਗੀ ਤਰ੍ਹਾਂ ਇੰਟਰਪ੍ਰੀਟੇਸ਼ਨ ਹੋਣੀ ਚਾਹੀਦੀ। ਇਹ ਸਾਰਾ ਕੁਝ ਸਰਕਾਰਾਂ ਜਾਣ ਬੁੱਝ ਕੇ ਕਰਵਾ ਰਹੀਆਂ, ਪਿੱਛੋਂ ਸ਼ਾਇਦ ਸੰਰਕਸ਼ਣ ਦਿੱਤਾ ਹੁੰਦਾ ਕਿ ਤੁਸੀਂ ਇਹ ਸਾਰਾ ਕੁਝ ਕਰੋ। ਉਹਨਾਂ ਦੇ ਕੰਸੈਂਟ ਤੋਂ ਬਿਨਾਂ ਕਿਵੇਂ ਕੋਈ ਕਰ ਸਕਦਾ? ਸਰਕਾਰ ਦੀ ਕੰਸੈਂਟ ਤੋਂ ਬਿਨਾਂ ਇਹੋ ਜਿਹੀ ਮਿਸ ਇਨਫੋਰਮੇਸ਼ਨ ਕੋਈ ਕਿਵੇਂ ਫੈਲਾ ਸਕਦਾ? ਪਰਸੋਂ ਮੀਟਿੰਗ ਸੀਗੀ ਤਾਂ 5 ਤਰੀਕ ਦਾ ਫਾਈਨਲ ਕੀਤਾ ਸੀਗਾ, ਪਰ ਉਹ ਬੀਬੀ ਜੀ ਦੀ ਵਿਸ਼ੇਸ਼ ਤੌਰ ਤੇ ਸਤਿਕਾਰਯੋਗ ਭੈਣ ਜੀ ਬੀਬੀ ਚਰਨਜੀਤ ਕੌਰ ਦੀ ਬੇਨਤੀ ਸੀਗੀ ਕਿ ਜਿਹੜਾ ਇੰਡੀਆ ਸਰਕਾਰ ਵੱਲੋਂ ਹਲਫਨਾਮਾ ਦਾਇਰ ਕੀਤਾ ਗਿਆ ਕਿ ਅਵਤਾਰ ਸਿੰਘ ਖੰਡਾ ਦੀ ਭਾਰਤੀ ਨਾਗਰਿਕਤਾ ਦਾ ਸਾਡੇ ਕੋਲ ਸਬੂਤ ਨਹੀਂ, ਇਹ ਉਹਨਾਂ ਨੇ ਹਲਫਨਾਮਾ ਦਿੱਤਾ, ਅਜੇ ਜੱਜ ਦਾ ਫੈਸਲਾ ਨਹੀਂ ਹੈ। ਵੀ 1 ਤਰੀਕ ਦਿੱਤੀ ਹੋਈ ਆ ਉਹਨਾਂ ਨੇ, ਤੇ ਕਿਰਪਾ ਕਰਕੇ ਸਾਨੂੰ ਉਸ ਤਰੀਕ ਦਾ ਇੰਤਜ਼ਾਰ ਕਰ ਲੈਣ ਦਿਓ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਇੱਕ ਵਾਰ ਫਿਰ ਜੁੜ ਚੁੱਕੇ ਹਾਂ ਜੀ ਬਰਮਿੰਘਮ ਦੀ ਧਰਤੀ ਤੋਂ, ਜਿੱਥੇ ਗੱਲਬਾਤ ਅਸੀਂ ਅੱਜ ਕਰਨ ਜਾ ਰਹੇ ਹਾਂ ਕੁਝ ਖਾਸ ਵਿਸ਼ਿਆਂ ਦੇ ਉੱਤੇ, ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਤੇ ਅਕਸਰ ਹੀ ਅਸੀਂ ਐਸੇ ਵਿਸ਼ਿਆਂ ਦੇ ਉੱਤੇ ਗੱਲਬਾਤ, ਜਿਹੜੇ ਸੰਜੀਦਾ ਵਿਸ਼ੇ ਹੁੰਦੇ ਆ ਉਹਦੇ ਉੱਤੇ ਗੱਲਬਾਤ ਅਸੀਂ ਕਰਦੇ ਰਹਿੰਦੇ ਹਾਂ। ਤੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਸਰਬਜੀਤ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ UK ਤੋਂ ਉਹ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਵੈਲਕਮ ਕਰਾਂਗੇ ਤੇ ਫਿਰ ਅੱਜ ਦੇ ਵਿਸ਼ਿਆਂ ਨੂੰ ਜਿਹੜਾ ਹੈ ਸ਼ੁਰੂਆਤ ਕਰਦੇ ਹਾਂ। ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਜੀ, ਠੀਕ ਠਾਕ ਹੋ? ਠੀਕ ਹੈ ਜੀ। ਅੱਛਾ ਭਾਈ ਸਾਹਿਬ, ਗੱਲਬਾਤ ਆਪਾਂ ਅਵਤਾਰ ਸਿੰਘ ਖੰਡਾ ਹੋਰਾਂ ਤੋਂ ਸ਼ੁਰੂ ਕਰਨੀ ਹੈ। ਇੰਗਲੈਂਡ ਦੇ ਵਿੱਚ ਅੱਜ 1.5 ਮਹੀਨਾ ਹੋ ਗਿਆ ਉਹਨਾਂ ਦੀ ਡੈਥ ਹੋ ਗਈ, ਜਿਹੜੀ ਵਿਵਾਦਾਂ ਦੇ ਵਿੱਚ ਆ ਕਿ ਆਖਰ ਹੋਇਆ ਕਿਵੇਂ। 3 ਦਿਨਾਂ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਤੇ ਜੇ ਇੱਕ
ਐਜ਼ ਅ ਮੀਡੀਆ ਪਰਸਨ ਜੋ ਮੈਂ ਦੇਖਦਾ ਸੋਸ਼ਲ ਮੀਡੀਆ ਜਾਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਦਾ, ਉਹ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਭਾਈ ਇਹਦੇ ਵਿੱਚ ਕੁਛ ਨਾ ਕੁਛ ਤਾਂ ਹੈ, ਜਿਹੜਾ 3 ਦਿਨ ਦੇ ਵਿੱਚ ਬੰਦੇ ਨੂੰ ਕੈਂਸਰ ਹੋ ਗਿਆ, ਕੈਂਸਰ ਹੋਣ ਤੋਂ ਬਾਅਦ ਮੌਤ ਵੀ ਹੋ ਜਾਂਦੀ ਹੈ। ਸੋ ਇਹ ਸਾਰਾ ਕੁਝ ਕਿਵੇਂ ਦੇਖਦੇ ਹੋ, ਪਹਿਲਾਂ ਇੱਥੇ ਆਪਾਂ ਗੱਲ ਕਰੀਏ। ਸਰਦਾਰ ਦਲਜੀਤ ਸਿੰਘ ਜੀ, ਜਿਵੇਂ ਇੰਗਲੈਂਡ ਨੂੰ ਮਦਰ ਆਫ ਡੈਮੋਕ੍ਰੇਸੀ ਕਿਹਾ ਜਾਂਦਾ, ਔਰ ਸਕਾਟਲੈਂਡ ਯਾਰਡ ਵਰਲਡ ਫੇਮਸ ਆ ਹਰ ਚੀਜ਼ ਦੀ ਘੋਖ ਕਰਨ ਲਈ, ਸੱਚ ਸਾਹਮਣੇ ਲੈ ਕੇ ਆਉਣ ਲਈ, ਔਰ ਦੁਨੀਆ 'ਚ ਇਹ ਮਸ਼ਹੂਰ ਆ, ਕਿਹਾ ਜਾਂਦਾ ਕਿ ਜੇ ਕੋਈ ਕਤਲ ਦੀ ਵਾਰਦਾਤ ਹੋਵੇ ਤੇ 24 ਘੰਟੇ ਦੇ ਵਿੱਚ ਸਭ ਵਿੱਚ ਸਾਰਾ ਕੁਝ ਕਰ ਲੈਂਦੇ ਆ, ਲੱਭ ਲੈਂਦੇ ਆ। ਦੂਸਰਾ ਇਹ ਹੁੰਦਾ ਕਿ ਡੈਮੋਕ੍ਰੇਸੀ ਦੇ ਵਿੱਚ ਮੀਡੀਆ ਦਾ ਬੜਾ ਵੱਡਾ ਯੋਗਦਾਨ ਹੁੰਦਾ। ਡਾਕਟਰ ਆ, ਮੀਡੀਆ ਆ, ਵਕੀਲ ਆ, ਐਡਮਿਨਿਸਟ੍ਰੇਸ਼ਨ ਜਿਹ 'ਚ ਸਰਕਾਰ ਸਮੇਤ ਆ ਜਾਂਦੀ ਆ। ਕਿਸੇ ਵੀ ਵਿਅਕਤੀ ਨੂੰ ਜੀਵਨ ਦਾਨ ਦੇ ਵੀ ਸਕਦੇ ਆ ਤੇ ਜੀਵਨ ਖਤਮ ਵੀ ਕਰ ਸਕਦੇ ਆ। ਬਿਲਕੁਲ। ਜੇ ਆਪਾਂ ਇਹ ਸਾਰਾ ਦੇਖਦੇ ਆ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਆ, ਤਾਂ ਜੇ ਫਿਰ ਇਹ ਮਦਰ ਆਫ ਡੈਮੋਕ੍ਰੇਸੀ ਆ ਜਾਂ ਇੱਥੇ ਦਾ ਮੀਡੀਆ ਆ, ਆਮ ਲੋਕਾਂ 'ਚ ਜਦੋਂ ਕੋਈ ਦੁਬਿਧਾ ਪੈਂਦੀ ਆ ਤਾਂ ਡੈਮੋਕ੍ਰੈਟਿਕ ਸਰਕਾਰ ਦਾ ਫਰਜ਼ ਬਣਦਾ ਆ ਨਿਰਪੱਖ ਤੌਰ ਤੇ ਸਹੀ ਜਾਂਚ ਸਾਹਮਣੇ ਲੈ ਕੇ ਆਵੇ ਤੇ ਜਿਹੜਾ ਕਨਫਿਊਜ਼ਨ ਆ ਉਹਨੂੰ ਖਤਮ ਕਰੇ। ਬਿਲਕੁਲ। ਔਰ ਇਸੇ ਤਰ੍ਹਾਂ ਮੀਡੀਆ ਦਾ ਫਰਜ਼ ਹੁੰਦਾ ਆ ਕਿ ਜਦੋਂ ਸਮਾਜ ਦੇ ਵਿੱਚ ਕੋਈ ਕਨਫਿਊਜ਼ਨ ਆ, ਮੀਡੀਆ ਸੱਚਾਈ ਸਾਹਮਣੇ ਲੈ ਕੇ ਆਵੇ। ਪਰ ਇੱਥੇ ਸਾਰਿਆਂ ਨੇ ਇੱਕ ਤਰ੍ਹਾਂ ਨਾਲ ਚੀਜ਼ ਨੂੰ ਢਕਣ ਦੀ ਕੋਸ਼ਿਸ਼ ਕੀਤੀ ਆ। ਜਿਹੜਾ ਪਹਿਲਾਂ ਉਹਨਾਂ ਨੇ ਕੀਤਾ ਹਸਪੀਟਲ ਦੇ ਵਿੱਚ ਜੋ ਪੋਸਟਮਾਰਟਮ ਉਹਦੀ ਰਿਪੋਰਟ ਦਿੱਤੀ ਆ ਤੇ ਇੱਥੇ ਦੇ ਸਿੱਖ ਭਾਈਚਾਰੇ ਨੇ ਉਹਦੇ ਤੇ ਨਾਰਾਜ਼ਗੀ ਜਾਂ ਕਹਿ ਲਓ ਪਿਆ ਸੰਤੋਸ਼ ਜ਼ਾਹਰ ਕੀਤਾ ਕਿ ਅਸੀਂ ਇਹਦੇ ਨਾਲ ਸੰਤੁਸ਼ਟ ਨਹੀਂ ਹੈ, ਤਾਂ ਉਹ ਦੂਜੀ ਇੱਕ ਸਪੈਸ਼ਲ ਕੋਈ ਇਨਵੈਸਟੀਗੇਸ਼ਨ ਕੁਛ ਕਰਵਾਉਣੀ ਆ, ਉਹਦੇ ਲਈ ਖਰਚੇ ਦੀ ਵੀ ਗੱਲ ਹੋਈ ਆ। ਪਰ ਇੱਥੇ ਦੀਆਂ ਅਥਾਰਟੀਆਂ ਨੇ ਉਹਨੂੰ ਉਹਨਾਂ ਦੇ ਟੈਸਟਾਂ ਦੇ ਲਈ ਜਗ੍ਹਾ ਦੇਣ ਤੋਂ ਇਨਕਾਰ ਕਰਨਾ, ਫਿਰ ਬਾਕੀ ਸਾਰੀਆਂ ਚੀਜ਼ਾਂ ਦੀ ਇੱਕ ਲਾਲ ਫੀਤਾਸ਼ਾਹੀ ਦਾ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਉਹ ਜਿਹੜਾ ਆ ਹੋ ਨਾ ਸਕੇ। ਦੂਸਰਾ ਇਹ ਪਰਿਵਾਰ ਦੀ ਫਿਰ ਬੜੀ ਤਰਾਸਦੀ ਰਹੀ ਪਈ। ਵੈਸੇ ਤਾਂ ਬੀਬੀ ਜੀ ਦਾ ਜਦੋਂ ਤੋਂ ਜਵਾਨੀ ਵਿੱਚ ਕਿਤੇ ਆਨੰਦ ਕਾਰਜ ਹੋਏ ਆ ਖੰਡਾ ਸਾਹਿਬ ਦੇ ਪਿਤਾ ਜੀ ਨਾਲ, ਕਿਉਂਕਿ ਉਹ ਸੰਘਰਸ਼ ਵਿੱਚ ਸੀ, ਤੇ ਉਹਨਾਂ ਦੇ ਤਾਇਆ ਜੀ, ਉਹਨਾਂ ਦਾ ਸਾਰਾ ਜੀਵਨ ਹੀ ਇਸ ਸੰਘਰਸ਼ ਵਿੱਚ ਲੰਘ ਗਿਆ। ਤੇ ਸਭ ਤੋਂ ਵੱਡੀ ਫਿਰ ਤਰਾਸਦੀ ਇਹ ਹੋਈ ਕਿ ਪੁੱਤਰ ਵਿਦੇਸ਼ ਵਿੱਚ ਔਰ ਮਾਤਾ ਤੇ ਭੈਣ ਜੀ ਉੱਥੇ ਆ, ਤੇ ਉਹ ਬਹੁਤ ਦੂਰ ਹੋਣ ਕਰਕੇ ਪਰਿਵਾਰ ਦਾ ਜਿੱਦਾਂ ਬਲੱਡ ਰਿਲੇਸ਼ਨ ਦਾ ਇੱਥੇ ਨਾ ਹੋਣ ਕਰਕੇ ਉਹ ਜਿਹੜੀ ਬਣਦੀ ਕਾਰਵਾਈ ਹੁੰਦੀ ਆ, ਸਰਕਾਰ ਕੰਨੀ ਕਤਰਾਉਣ ਲੱਗੇ ਵੀ ਇਹੋ ਜਿਹੇ ਬੜੇ ਬਹਾਨੇ ਲੱਭਣੇ ਸ਼ੁਰੂ ਕਰ ਦਿੰਦੀ ਆ ਕਿ ਤੁਹਾਡੇ ਕੋਲ ਆਹ ਹੱਕ ਨਹੀਂ ਜਾਂ ਦੂਜਾ ਹੱਕ ਨਹੀਂ। ਤਾਂ ਇਹਦੇ ਕਰਕੇ ਮੇਰਾ ਖਿਆਲ ਆ ਕਿ ਜਿੰਨਾ ਇਹਨਾਂ ਨੇ ਮਦਰ ਆਫ ਡੈਮੋਕ੍ਰੇਸੀ ਦਾ, ਕਿਉਂਕਿ ਕਦੀ ਇਰਾਕ ਵਿੱਚ ਚਲੇ ਗਏ ਡੈਮੋਕ੍ਰੇਸੀ ਬਹਾਲ ਕਰਨ, ਮਨੁੱਖੀ ਅਧਿਕਾਰ ਬਹਾਲ ਕਰਨ, ਕਦੇ ਲੀਬੀਆ 'ਚ ਚਲੇ ਗਏ, ਕਦੇ ਅਫਗਾਨਿਸਤਾਨ 'ਚ ਚਲੇ ਗਏ। ਇਹ ਤਾਂ ਜਿਵੇਂ ਕਹਿੰਦੇ ਨੇ ਮਲਾਹ ਦੇ ਹੁੱਕੇ ਵਿੱਚ ਪਾਣੀ ਨਹੀਂ ਹੁੰਦਾ, ਤਾਂ ਉਹ ਗੱਲ ਹੋ ਗਈ ਕਿ ਆਪਣੇ ਦੇਸ਼ ਵਿੱਚ ਹਿਊਮਨ ਰਾਈਟਸ ਦਾ ਉਸ ਤੋਂ ਵੀ ਤਰਾਸਦੀ ਇਹ ਕਿ ਹੁਣ ਜੇ ਉਹਨਾਂ ਦਾ ਮਤਲਬ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਨਹੀਂ ਹੈ, ਤੇ ਮਾਤਾ ਤੇ ਭੈਣ ਨੂੰ ਉਹਨਾਂ ਦੇ ਅੰਤਮ ਸੰਸਕਾਰ ਤੇ ਆਉਣ ਤੋਂ ਵੀਜ਼ੇ ਤੋਂ ਇਨਕਾਰ ਕਰ ਦਿੱਤਾ। ਤਾਂ ਜੇ ਇਹ ਦੇਖਿਆ ਜਾਵੇ ਕਿ ਇਸ ਮੁਲਕ ਦੇ ਵਿੱਚ ਹੋਰ ਇੰਨੇ ਪ੍ਰਵਾਸੀ ਆਏ ਦੁਨੀਆ ਭਰ ਤੋਂ, ਦੋ ਜੀ ਇੱਕ ਉਹ ਅੰਤਮ ਸੰਸਕਾਰ ਤੇ ਆ ਰਹੇ, ਕੋਈ ਆਨੰਦ ਕਾਰਜ ਨਹੀਂ, ਕੋਈ ਹੋਰ ਖੁਸ਼ੀ ਦਾ ਮੌਕਾ ਨਹੀਂ ਹੈ। ਤੇ ਮਾਨਵਤਾ ਦੇ ਅਧਿਕਾਰ ਆਧਾਰ ਤੇ ਹੀ ਆਪਾਂ ਵੇਖੀਏ, ਆਪਾਂ ਅਕਸਰ ਵੇਖਦੇ ਚਲੋ ਜਿਹੜੀਆਂ 3 ਐਮਰਜੈਂਸੀ ਸਰਵਿਸਿਜ਼ ਆ, ਜਦੋਂ ਉਹ ਬਲੂ ਬੀਕਨ ਜਗਦੇ ਆਪਾਂ ਰਸਤਾ ਛੱਡਦੇ ਆ, ਪਰ ਆਪਾਂ ਸਾਰੇ ਦੇਖਦੇ ਆ ਇੰਗਲੈਂਡ ਵਿੱਚ ਕਿ ਜਦੋਂ ਕੋਈ ਸੰਸਕਾਰ ਵਾਲੀਆਂ ਗੱਡੀਆਂ ਜਾ ਰਹੀਆਂ ਹੁੰਦੀਆਂ ਤੇ ਸਾਰੀਆਂ ਗੱਡੀਆਂ ਰੁਕ ਜਾਂਦੀਆਂ, ਹਾਲਾਂਕਿ ਉਹ ਕੋਈ ਬੀਕਨ ਨਹੀਂ ਹੈ ਜਾਂ ਕੁਛ ਨਹੀਂ ਹੈ, ਪਰ ਫਿਰ ਵੀ ਮਾਨਵਤਾ ਦੇ ਆਧਾਰ ਤੇ ਆਪਾਂ ਉਹ ਗੱਡੀਆਂ ਰੋਕ ਲੈਂਦੇ ਆ ਵੀ ਇਹ ਕਾਫਲਾ ਲੰਘ ਜਾਵੇ। ਤੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਮਾਨਵਤਾ ਦੇ ਆਧਾਰ ਤੇ, ਫਿਰ ਸ਼ਾਇਦ ਮਾਤਾ ਜੀ ਭੈਣ ਜੀ ਇੱਥੇ ਆਉਂਦੇ, ਫਿਰ ਸ਼ਾਇਦ ਪਰਿਵਾਰ ਕੋਈ ਗੱਲ ਕਰਦਾ ਤੇ ਆਮ ਲੋਕਾਂ ਦੇ ਵਿੱਚ ਕੋਈ ਭਾਵਨਾ ਕੋਈ ਜੁੜਦੀ, ਕੋਈ ਮਹਿਸੂਸ ਕਰਦੇ ਕਿ ਆਹ ਨਹੀਂ ਆਹ ਹੋਇਆ ਹੋਊਗਾ। ਸਾਰਾ ਕੁਝ ਦੁਬਿਧਾ ਪੂਰਵਕ ਆ, ਔਰ ਦੁਬਿਧਾ ਪੂਰਵਕ ਵਿੱਚ ਜਦੋਂ ਸਾਰਾ ਕੁਝ ਅੰਡਰ ਪ੍ਰੋਸੈਸ ਆ ਤੇ ਆਪਾਂ ਐਵੇਂ ਹਵਾ ਵਿੱਚ ਵੀ ਕੋਈ ਗੱਲ ਨਹੀਂ ਛੱਡ ਸਕਦੇ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ, ਜਿੰਨਾ ਚਿਰ ਸਬੂਤ ਹੀ ਨਹੀਂ ਹੈ ਕਿਸੇ ਚੀਜ਼ ਦਾ। ਬਿਲਕੁਲ। ਹਾਂ, ਅੱਛਾ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਾਡੇ ਕੋਲ ਸਬੂਤ ਤਾਂ ਕੋਈ ਨਹੀਂ ਹੈ,
ਪਰ ਜਦੋਂ ਹੁਣ ਇੱਕ ਪਾਸੇ ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਹੋਰਾਂ ਨੂੰ ਗੋਲੀਆਂ ਜਿਹੜੀਆਂ ਮਾਰ ਦਿੱਤੀਆਂ ਗਈਆਂ, ਪੰਜਵੜ ਸਾਹਿਬ ਨੂੰ ਪਾਕਿਸਤਾਨ ਦੇ ਵਿੱਚ, ਹਨਾ, ਇਹ 3 ਜਿਹੜੀਆਂ ਮੌਤਾਂ ਹੋਈਆਂ ਨੇ, ਮੌਤਾਂ ਕਹਿ ਸਕਦੇ ਆਪਾਂ ਇਹਨਾਂ ਨੂੰ, ਕਿ ਇਹਨਾਂ ਦਾ ਦਾਵਾ ਕਰ ਰਿਹਾ ਇੰਡੀਅਨ ਮੀਡੀਆ, ਭਾਰਤੀ ਮੀਡੀਆ ਦਾਵਾ ਕਰ ਰਿਹਾ ਕਿ ਰॉ ਵੱਲੋਂ ਕੀਤੇ ਗਏ ਨੇ। ਹਾਲਾਂਕਿ ਭਾਰਤ ਦਾ ਕੋਈ ਵੀ ਅਫੀਸ਼ੀਅਲ ਇਹਦੇ ਉੱਤੇ ਆ ਕੇ ਸਟੇਟਮੈਂਟ ਨਹੀਂ ਦਿੰਦਾ। ਤੇ ਦੂਸਰੀ ਗੱਲ ਇਹ ਹੈ, ਸਟੇਟਮੈਂਟ ਨਾ ਦੇਣਾ ਤਾਂ ਠੀਕ ਆ, ਪਰ ਉਹ ਇਹਨਾਂ ਨੂੰ ਕੰਡੈਮ ਵੀ ਨਹੀਂ ਕਰਦਾ ਕਿ ਅਸੀਂ ਜੋ ਮੀਡੀਆ ਕਹਿ ਰਿਹਾ ਭਾਈ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ, ਉਹ ਚੁੱਪ ਨੇ ਬਿਲਕੁਲ, ਹੈ ਨਾ। ਸੋ ਇਹਨੂੰ ਇੱਕ ਤਰ੍ਹਾਂ ਦਾ ਇਹ ਵੀ ਕਹਿ ਰਹੀ, ਹੁਣ ਸਿੱਖ ਆਪੋ ਆਪਣੇ ਤਰੀਕੇ ਨਾਲ ਇਹਦੇ ਉੱਤੇ ਰਿਐਕਟ ਕਰ ਰਹੇ ਨੇ, ਸ਼ਾਇਦ ਉਹ ਆਰਾਮ ਦੇ ਨਾਲ ਬੈਠ ਕੇ ਦੇਖ ਰਹੇ ਨੇ, ਇੱਕ ਪਾਸੇ ਮੀਡੀਆ ਇੱਕ ਪਾਸੇ ਸਿੱਖ ਨੇ, ਸੋ ਆਪਾਂ ਆਪਣੇ ਤਰੀਕੇ ਨਾਲ ਸਾਰੇ ਲੱਗੇ ਹੋਏ ਰਿਐਕਟ ਕਰਨ, ਤੇ ਇਹਦੇ ਨਾਲ ਫਿਰ ਦੁਵਿਧਾ ਦੇ ਨਾਲ ਡਰ ਵੀ ਤਾਂ ਪੈਦਾ ਹੋ ਰਿਹਾ ਨਾ। ਸਰਦਾਰ ਸਾਹਿਬ, ਜਿੰਨੇ ਵੀ ਮਟੀਰੀਅਲਿਸਟਿਕ ਪਦਾਰਥਵਾਦੀ ਲੋਕ ਹੁੰਦੇ ਨਾ, ਹਰ ਮੁਸੀਬਤ ਵਿੱਚੋਂ ਆਪਣੇ ਫਾਇਦੇ ਲੱਭ ਲੈਂਦੇ ਆ। ਤੇ ਇਹ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਆ ਤੇ ਇਹਦੇ ਪ੍ਰਧਾਨ ਮੰਤਰੀ, ਇਹਨਾਂ ਨੇ ਤੇ ਜਦੋਂ ਕੋਵਿਡ ਆਇਆ ਸੀ ਉਦੋਂ ਇੱਕ ਸਪੀਚ ਵੀ ਦਿੱਤੀ ਸੀ ਕਿ ਹਮ ਆਪਦਾ ਮੇਂ ਅਫਸਰ ਢੂੰਢਦੇ ਹੈ। ਉਹਨਾਂ ਨੂੰ ਇਸ ਸਾਰੇ ਜਿਹੜੇ ਕਨਫਿਊਜ਼ਨ ਆ, ਜਾਂ ਜੋ ਸਾਰਾ ਕੁਝ ਮੀਡੀਆ ਵਿੱਚ ਵਾਪਰ ਰਿਹਾ ਵਰਤਾ ਰਿਹਾ, ਜਿਵੇਂ ਹਿਟਲਰ ਦਾ ਮੀਡੀਆ ਐਡਵਾਈਜ਼ਰ ਗੋਬਲਸ ਸੀਗਾ, ਤੇ ਉਹਨੇ ਕਿਹਾ ਸੀਗਾ ਕਿ ਜੇ ਤੁਸੀਂ ਇੱਕ ਝੂਠ ਨੂੰ 100 ਵਾਰੀ ਜਾਂ ਬਾਰ-ਬਾਰ ਪ੍ਰਚਾਰਦੇ ਰਹਿੰਦੇ ਤੇ ਉਹ ਝੂਠ ਸੱਚ ਵਰਗਾ ਲੱਗਣ ਲੱਗ ਪੈਂਦਾ। ਤਾਂ ਇਹਨਾਂ ਨੂੰ ਕਿਉਂਕਿ ਮੀਡੀਆ ਵੀ ਉੱਥੇ ਦਾ ਸਿਧਾਂਤਹੀਣ ਹੋ ਚੁੱਕਾ, ਚਾਹੇ ਸਰਮਾਏਦਾਰਾਂ ਦਾ, ਚਾਹੇ ਉਹ ਕਿਉਂਕਿ ਉਹ ਮੀਡੀਆ ਜਿਹੜਾ ਇੱਕ ਜਿਹੜੀ ਉਹ ਸੰਵੇਦਨਸ਼ੀਲਤਾ ਹੁੰਦੀ ਆ, ਜਾਂ ਜਿਹੜਾ ਉਹ ਨੋਬਲ ਕਾਜ਼ ਹੁੰਦਾ, ਜਿਵੇਂ ਦਾਸ ਨੇ ਪਹਿਲਾਂ ਜ਼ਿਕਰ ਕੀਤਾ, ਉਹ ਤੋਂ ਲੱਥ ਕੇ ਸਿਧਾਂਤਹੀਣ ਔਰ ਇੱਕ ਐਕਟਰਾਂ ਵਾਂਗੂ ਪਰਫਾਰਮ ਕਰਨ ਵਾਲਿਆਂ ਦਾ ਮੀਡੀਆ ਬਣ ਗਿਆ। ਔਰ ਉਹ ਪਦਾਰਥਵਾਦ ਦੀ ਵਿੱਚ ਆ, ਤੇ ਉਹ ਸਰਕਾਰ ਵੀ ਉਹ ਕਨਫਿਊਜ਼ਨ ਵਿੱਚੋਂ ਉਹਨਾਂ ਨੂੰ ਲੱਗਦਾ ਕਿ ਲੋਕਾਂ ਨੂੰ ਕਦੀ ਵੀ ਸੱਚ ਸਾਹਮਣੇ ਆਵੇ ਹੀ ਨਾ। ਹੁਣ ਜਿਹੜਾ ਉਹ ਕੋਈ ਮੇਜਰ ਆਪਣੇ ਆਪ ਨੂੰ ਕਹਾਉਂਦਾ, ਕੋਈ ਕਹਿੰਦਾ ਰਸੋਈਆ ਸੀਗਾ ਜਾਂ ਕੁਛ ਸੀਗਾ, ਜਾਂ ਹੋਰ ਇੱਕ ਸ਼ਸ਼ੀਰ ਦੂਬੇ, ਦੰਦ ਇੱਕ ਨਿਕਲਿਆ, ਥੋੜੀ ਹਵਾ ਨਿਕਲ ਜਾਂਦੀ ਕਿ ਉਹ ਸ਼ਸ਼ਾ ਬੋਲਣ ਲੱਗੇ, ਸ਼ਸ਼ੀਰ ਦੂਬੇ, ਉਹ ਇੱਕ ਦੋ ਹੋਰ ਅਨੇਕਾਂ ਹੀ। ਜਾਂ ਹੁਣ ਮੈਂ ਦੇਖਦਾ ਫੇਸਬੁੱਕ ਤੇ ਸਾਡੇ ਹੀ ਸਿੰਘਾਂ ਦੀਆਂ ਫੋਟੋਆਂ ਵਰਤ ਕੇ, ਜਾਂ ਬੀਬੀ ਕਿਰਨਜੀਤ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਿੰਘਣੀ, ਉਹਦੀ ਫੋਟੋ ਵਰਤ ਕੇ ਆਈਡੀ ਬਣਾਈ, ਇੰਨਾ ਕੁਛ ਵਰਤਿਆ ਜਾ ਰਿਹਾ। ਔਰ ਸਰਕਾਰਾਂ ਦਾ ਹੁਣ ਜੇ ਉਹੀ ਗੱਲਾਂ ਕੋਈ ਸਿੱਖ ਕਰੇ, ਸਿੱਖ ਕੌਮ ਦੇ ਹੱਕ ਵਿੱਚ ਕਰੇ, ਤੇ ਝਾਟੀ NSA ਜਾਂ ਦੂਜੇ 295, ਇਹ ਤਾਂ ਇੱਕ ਖੇਡ ਹੀ ਬਣ ਗਈ ਆ, ਪਰ NSA ਤੱਕ ਲੱਗ ਜਾਂਦੀ ਆ। ਦੂਜੇ ਪਾਸੇ ਜੇ ਧਰਿੰਦਰ ਸ਼ਾਸਤਰੀ ਵਰਗੇ ਗੱਲ ਕਰਦੇ ਤੇ ਰਾਸ਼ਟਰਪਤੀ ਮੁਰਮੂ ਉਹ ਜੋ ਬਣੇ ਹੋਏ ਆ, ਤਾਂ ਉਹ ਉੱਥੇ ਬੁਲਾ ਕੇ ਸਨਮਾਨਿਤ ਕਰਦੇ ਆ। ਉਹ ਕਿਸੇ ਤੇ ਵੀ ਰੋਕ ਨਾ ਲਾਉਣਾ, ਉਹ ਸਗੋਂ ਇੱਕ ਤਰ੍ਹਾਂ ਦੇ ਨਾਲ ਇਹ ਸਾਰਾ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ, ਸਾਰੀਆਂ ਇਹ ਜੋ ਘਟਨਾਵਾਂ ਇੱਕਦਮ ਵਾਪਰੀਆਂ ਆ, ਇਸ ਤੋਂ ਪਹਿਲਾਂ ਵੀ ਕੁਛ ਸਿੱਖ ਆਗੂਆਂ ਦੇ ਨਾਲ ਇਹ ਸਾਰਾ ਵਰਤਾਰਾ ਵਾਪਰਿਆ ਕੈਨੇਡਾ ਵਿੱਚ ਜਾਂ ਕਿਸੇ ਵੀ ਦੇਸ਼ ਵਿੱਚ, ਉਹ ਇਸ ਸ਼ੱਕ ਨੂੰ ਦਿਨੋਂ ਦਿਨ ਗਹਿਰਾ ਕਰਦਾ ਜਾ ਰਿਹਾ। ਔਰ ਸਰਕਾਰ ਸ਼ਾਇਦ ਇਹ ਸੋਚਦੀ ਆ ਕਿ ਆਫੀਸ਼ੀਅਲੀ ਅਸੀਂ ਕੁਝ ਬੋਲ ਨਹੀਂ ਰਹੇ, ਤਾਂ ਸਾਡਾ ਕੰਮ ਉਹ ਲੋਕ ਕਰ ਰਹੇ ਆ ਤੇ ਕਾਰਵਾਈ ਕੋਈ ਨਹੀਂ ਹੁੰਦੀ। ਐਵੇਂ ਹੀ ਬੀਬੀ ਕਿਰਨਜੀਤ ਕੌਰ ਨੇ ਵੀ ਤਾਂ ਕਿਹਾ ਸੀਗਾ ਨਾ ਕਿ ਜਿਹੜੇ ਅਧਿਕਾਰੀ ਆ ਸਿੱਧੀ ਮੇਰੇ ਨਾਲ ਗੱਲ ਨਹੀਂ ਕਰਦੇ, ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਏਜੰਟ ਜਿਹੇ ਆ ਕੇ ਉਹਨਾਂ ਦੇ ਸੁਨੇਹੇ ਪਹੁੰਚਾਉਂਦੇ ਆ ਔਰ ਕਨਫਿਊਜ਼ਨ ਕ੍ਰੀਏਟ ਕਰਦੇ ਆ। ਉਹ ਪਹਿਲੇ ਦਿਨ ਜਿਵੇਂ ਚਲੋ ਇੱਕ ਵਾਰੀ ਅੰਮ੍ਰਿਤਸਰ ਤੋਂ ਆਉਣ ਲੱਗਿਆ ਨਾ ਕੀਤੀ ਸੀਗੀ, ਫਿਰ 17 ਜੁਲਾਈ ਦੀ ਬੁੱਕ ਕੀਤੀ, ਲਾਸਟ ਮਿੰਟ ਤੱਕ ਰੋਕਿਆ ਨਹੀਂ, ਕੁਝ ਘੰਟੇ ਪਹਿਲਾਂ ਕਹਿਤਾ ਅਜੇ ਨਹੀਂ ਜਾ ਸਕਦੇ। ਉਹਨਾਂ ਨੇ 19 ਨੂੰ ਕੀਤੀ, ਫਿਰ ਕੁਝ ਘੰਟੇ ਪਹਿਲਾਂ ਰੋਕਤਾ। ਔਰ ਕਹਿੰਦੇ ਕਿ ਹੈਰਾਨਗੀ ਦੀ ਗੱਲ ਇਹ ਆ ਕਿ ਕਹਿੰਦੇ ਕਿ ਤੁਸੀਂ ਉੱਥੇ ਜਾ ਕੇ ਅਵਤਾਰ ਸਿੰਘ ਖੰਡਾ ਦੇ ਅੰਤਮ ਸੰਸਕਾਰ ਦੀਆਂ ਰਸਮਾਂ 'ਚ ਸ਼ਾਮਲ ਹੋਵੋਗੇ, ਉੱਥੇ ਬਹੁਤ ਸਾਰੀ ਸਿੱਖ ਕਮਿਊਨਿਟੀ ਇਕੱਠੀ ਹੋਊਗੀ, ਤੁਸੀਂ ਭੜਕਾਊ ਸਪੀਚਾਂ ਦਿਓਗੇ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੰਸਕਾਰ ਕਿੰਨੀ ਤਰੀਕ ਨੂੰ, ਕਦੋਂ ਤੇ ਕਿੱਥੇ ਆ, ਤੇ ਮੈਂ ਜਾਣ ਬਾਰੇ ਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਮਿਲ ਕੇ ਵਾਪਸ ਆ ਕੇ ਪਤੀ ਦੇ ਕੇਸ ਦੀ ਪੈਰਵਾਈ ਕਰਨੀ ਆ। ਔਰ ਉੱਥੇ ਦਾ ਮੀਡੀਆ ਛੱਡ ਕੇ ਇੱਥੇ ਦੇ ਮੀਡੀਆ ਨੇ ਇਸ ਤਰ੍ਹਾਂ ਨਾਲ ਇਹਨੂੰ ਇੰਟਰਪ੍ਰੀਟੇਸ਼ਨ ਕਰਤੀ ਕਿ ਦੇਖੋ ਜੀ ਬੀਬੀ ਕਿਰਨਜੀਤ ਕੌਰ ਜੀ ਕਹਿ ਰਹੇ ਮੈਂ ਆਪਾਂ ਅਵਤਾਰ ਸਿੰਘ ਖੰਡਾ ਦੇ ਸੰਸਕਾਰ ਤੇ ਜਾਣਾ, ਯਾਨੀ ਕਿ ਉਹਨਾਂ ਦੀ ਇੱਥੇ ਆਪਣਾ ਮੀਡੀਆ ਵੀ ਮਤਲਬ ਟਪੜਾ ਖਾ ਗਿਆ, ਜਦ ਕਿ ਸਾਰੇ ਪਾਸੇ ਇਹ ਨੋਬਲ ਕਾਜ਼ ਨੂੰ ਲੈ ਕੇ ਜਾਂ ਉਹਨਾਂ ਦੀ ਸਪੀਚ ਨੂੰ ਚੰਗੀ ਤਰ੍ਹਾਂ ਇੰਟਰਪ੍ਰੀਟੇਸ਼ਨ ਹੋਣੀ ਚਾਹੀਦੀ ਸੀ। ਇਹ ਸਾਰਾ ਕੁਝ ਸਰਕਾਰਾਂ ਜਾਣ ਬੁੱਝ ਕੇ ਕਰਵਾ ਰਹੀਆਂ, ਪਿੱਛੋਂ ਸ਼ਹਿਰ ਸੁਰੱਖਿਅਣ ਦਿੱਤਾ ਹੁੰਦਾ ਕਿ ਤੁਸੀਂ ਇਹ ਸਾਰਾ ਕੁਝ ਕਰੋ। ਉਹਨਾਂ ਦੇ ਕੰਸੈਂਟ ਤੋਂ ਬਿਨਾਂ ਕਿਵੇਂ ਕੋਈ ਕਰ ਸਕਦਾ? ਸਰਕਾਰ ਦੀ ਕੰਸੈਂਟ ਤੋਂ ਬਿਨਾਂ ਇਹੋ ਜਿਹੀ ਮਿਸ ਇਨਫੋਰਮੇਸ਼ਨ ਕੋਈ ਕਿਵੇਂ ਫੈਲਾ ਸਕਦਾ? ਬਿਲਕੁਲ। ਅੱਛਾ, ਹੁਣ ਜਦੋਂ ਗੱਲ ਕਰਦੇ ਆਪਾਂ, ਇਹ ਤਾਂ ਗੱਲ ਹੋ ਗਈ ਮੀਡੀਆ ਦੀ
ਜਾਂ ਜੋ ਇਸ ਵੇਲੇ ਚੱਲ ਰਹੀਆਂ, ਜੋ ਵੱਖ-ਵੱਖ ਜਿਹੜੇ ਆਧਾਰ ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ। ਹੁਣ ਆਪਾਂ ਗੱਲ ਕਰੀਏ ਅੰਤਮ ਸੰਸਕਾਰ ਬਾਰੇ, ਹਨਾ। 1.5 ਮਹੀਨਾ ਹੋ ਚੁੱਕਿਆ। ਅੰਤਮ ਸੰਸਕਾਰ ਦੀ ਤਰੀਕ ਪਰਸੋਂ ਜਿਹੜੀ ਸੀ ਉਹ ਮਿੱਥੀ ਗਈ ਸੀ 5 ਤਰੀਕ। ਸੋ ਅੱਜ ਮੈਨੂੰ ਲੱਗਿਆ ਵੀ ਉਹਦੇ ਵਿੱਚ ਚੇਂਜਸ ਆਈਆਂ ਜਦੋਂ ਮਾਤਾ ਚਰਨਜੀਤ ਕੌਰ ਹੋਰਾਂ ਨੇ ਇੱਕ ਅਪੀਲ ਕੀਤੀ, ਇੱਕ ਪੋਸਟ ਲਿਖੀ ਸੀ ਕਿ ਇਹ 1 ਹਫ਼ਤਾ ਹੋਰ ਵਧਾ ਦਿੱਤਾ ਜਾਵੇ। ਸੋ ਵੱਧ ਗਿਆ, ਹੁਣ ਤਰੀਕ ਨਵੀਂ ਆ ਚੁੱਕੀ ਹੈ ਜੀ। ਹਾਂਜੀ, ਜਿੱਥੇ ਤੱਕ ਥੋੜੀ ਦੇਰ ਪਹਿਲਾਂ ਇਹ ਹੋਇਆ ਕਿ 12 ਤਰੀਕ ਹੋ ਗਈ ਆ, ਬਾਕੀ ਜਗ੍ਹਾ ਜਾਂ ਸਮਾਂ ਸਾਰਾ ਕੁਝ ਉਹਨਾਂ ਨੇ ਨਿਸ਼ਚਿਤ ਕਰਨਾ ਆ। ਜਿਹੜੇ ਇੰਡੀਆ ਦੇ ਵਿੱਚ ਜਾਂ ਵਰਲਡ ਵਾਈਡ ਸਿੱਖ ਅਵੇਅਰ ਆ ਹਰੇਕ ਤਰ੍ਹਾਂ ਦੀਆਂ ਸਰਕਾਰਾਂ ਦੇ ਜੋ ਪੈਂਤੜੇ ਸਰਕਾਰਾਂ ਵਰਤਦੀਆਂ ਆ, ਉਹਨਾਂ ਨੂੰ ਲੈ ਕੇ ਜਦੋਂ ਇੱਕ ਪਾਸੇ ਇਧਰੋਂ ਅਪਲਾਈ ਕੀਤਾ ਗਿਆ ਸੀਗਾ ਕਿ ਬੀਬੀ ਜੀ ਤੇ ਉਹਨਾਂ ਦੇ ਭੈਣ ਜੀ ਇੱਥੇ ਆਉਗੇ ਅੰਤਮ ਸੰਸਕਾਰ ਲਈ, ਤੇ ਉਹ ਜਿਹੜੇ ਐਕਟਿਵ ਸਿੱਖ ਆ ਉਹਨਾਂ ਨੂੰ ਇਹ ਸੀਗਾ ਕਿ ਜੇ ਕਿਸੇ ਕਾਰਨ ਇਨਕਾਰ ਹੋ ਜਾਂਦਾ ਤੇ ਪਰਿਵਾਰ ਦੇ ਕੰਸੈਂਟ ਦੇ ਨਾਲ ਉਹਨਾਂ ਨੇ ਇੱਕ ਉੱਥੇ ਵੀ ਪਟੀਸ਼ਨ ਪਾਈ ਹੋਈ ਸੀਗੀ ਕਿ ਉਹਨਾਂ ਦਾ ਸਰੀਰ ਨੂੰ ਇੱਥੇ ਲੈ ਕੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਉਹਨਾਂ ਦਾ ਮਕਸਦ ਇਹੀ ਸੀਗਾ ਕਿ ਜੇ ਕਿਸੇ ਕਾਰਨ ਵੀਜ਼ਾ ਨਹੀਂ ਮਿਲਦਾ ਤਾਂ ਦੂਜਾ ਆਪਸ਼ਨ ਸਾਡੇ ਕੋਲ ਹੋਵੇ, ਕਿਉਂਕਿ ਇਹ ਜਿਹੜਾ ਲੀਗਲ ਕੰਮ ਕਰਦੇ ਇਹਨਾਂ ਨੂੰ ਵੀ ਕਾਫੀ ਦਿਨ ਲੱਗ ਜਾਂਦੇ। ਉਹ ਕਹਿੰਦੇ ਕਿ ਥੋੜਾ ਕੰਮ ਹੋ ਚੁੱਕਾ ਹੋਊਗਾ ਵੀ ਗਰਾਊਂਡ ਲਾਗੇ ਹੋਊਗੀ। ਇਹ ਬੜੀ ਬਦਕਿਸਮਤੀ ਆ ਕਿ ਦੇਖੋ ਸੰਸਕਾਰ ਦੇ ਲਈ ਉਹ ਸਰੀਰ ਦੇ ਵਿੱਚ ਨੈਚੁਰਲੀ ਆ ਕਿ ਜਦੋਂ ਸਰੀਰ ਦੇ ਵਿੱਚ ਆਪਣੇ ਸਵਾਸ ਨਹੀਂ ਹੈਗੇ ਤਾਂ ਬਾਕੀ ਸਰੀਰ ਤਾਂ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਇਹਨਾਂ ਚੀਜ਼ਾਂ ਨੂੰ ਅਸੀਂ ਭਲੀ ਭਾਂਤ ਜਾਣਦੇ ਹਾਂ। ਪਰਸੋਂ ਮੀਟਿੰਗ ਸੀਗੀ ਤਾਂ 5 ਤਰੀਕ ਦਾ ਫਾਈਨਲ ਕੀਤਾ ਸੀਗਾ, ਪਰ ਉਹ ਬੀਬੀ ਜੀ ਦੀ ਵਿਸ਼ੇਸ਼ ਤੌਰ ਤੇ ਸਤਿਕਾਰਯੋਗ ਭੈਣ ਜੀ ਬੀਬੀ ਚਰਨਜੀਤ ਕੌਰ ਜੀ ਦੀ ਬੇਨਤੀ ਸੀਗੀ ਕਿ ਜਿਹੜਾ ਇੰਡੀਆ ਸਰਕਾਰ ਵੱਲੋਂ ਹਲਫਨਾਮਾ ਦਾਇਰ ਕੀਤਾ ਗਿਆ ਕਿ ਅਵਤਾਰ ਸਿੰਘ ਖੰਡਾ ਦੀ ਭਾਰਤੀ ਨਾਗਰਿਕਤਾ ਦਾ ਸਾਡੇ ਕੋਲ ਸਬੂਤ ਨਹੀਂ, ਵੀ ਇਹ ਉਹਨਾਂ ਨੇ ਹਲਫਨਾਮਾ ਦਿੱਤਾ, ਅਜੇ ਜੱਜ ਦਾ ਫੈਸਲਾ ਨਹੀਂ ਹੈ, ਵੀ 1 ਤਰੀਕ ਦਿੱਤੀ ਹੋਈ ਆ ਉਹਨਾਂ ਨੇ ਵੀ ਕਿਰਪਾ ਕਰਕੇ ਸਾਨੂੰ ਉਸ ਤਰੀਕ ਦਾ ਇੰਤਜ਼ਾਰ ਕਰ ਲੈਣ ਦਿਓ। ਤਾਂ ਇਹ ਇੱਕ ਮਾਤਾ ਦੀ ਕਿੱਡੀ ਹੂਕ ਆ ਕਿ ਦੇਖਿਆ ਜਾਵੇ ਤਾਂ ਜਿਹੜੇ ਡੈਮੋਕ੍ਰੈਟਿਕ ਦੇਸ਼ ਆ ਕਿਸੇ ਨੂੰ ਜਦੋਂ ਕੈਪੀਟਲ ਪਨਿਸ਼ਮੈਂਟ ਮੌਤ ਦੀ ਸਜ਼ਾ ਦਿੰਦੇ ਆ, ਫਾਂਸੀ ਜਾਂ ਟੀਕਾ, ਉਸ ਤੋਂ ਪਹਿਲਾਂ ਉਹਦੀ ਅੰਤਮ ਇੱਛਾ ਪੁੱਛਦੇ ਆ। ਬਿਲਕੁਲ ਬਿਲਕੁਲ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਮਾਤਾ ਆ, ਉਹਦਾ ਪੁੱਤਰ ਆ ਚਾਹੇ ਸਰੀਰਕ ਤੌਰ ਤੇ ਨਹੀਂ ਰਿਹਾ, ਬਲਕਿ ਉਹ 2010 ਤੋਂ ਆਏ, ਕਦੇ ਵੀਡੀਓ ਕਾਲ ਤੇ ਤਾਂ ਭਾਵੇਂ ਗੱਲ ਇਹ ਹੋਊਗੀ ਵੀ ਸਰੀਰਕ ਸ਼ੋਅ ਜਾਂ ਤਾਂ ਮਿਲੇ ਨਹੀਂ। ਬਿਲਕੁਲ ਉਹ ਜਦੋਂ ਉਹਦਾ ਅੰਤਮ ਸੰਸਕਾਰ ਹੋ ਜਾਣਾ ਭਾਈ ਅਵਤਾਰ ਸਿੰਘ ਖੰਡਾ ਦਾ, ਫੇਰ ਤਾਂ ਉਹ ਇੱਕ ਯਾਦਾਂ, ਚਲੋ ਉਹ ਤਾਂ ਉਹਨਾਂ ਦੇ ਆਖਰੀ ਸਵਾਸਾਂ ਤੱਕ ਜਾਣਗੀਆਂ, ਪਰ ਉਹ ਇੱਕ ਸਰੀਰ ਨੂੰ ਵੇਖਣ ਦੀ ਉਹਨਾਂ ਦੀ ਇੱਕ ਖਾਹਿਸ਼, ਇੱਕ ਆਖਰੀ ਇੱਛਾ ਆ। ਜੇ ਸਰਕਾਰਾਂ ਮਤਲਬ ਜ਼ੁਲਮ ਕਰ ਰਹੀਆਂ, ਧੱਕਾ ਕਰ ਰਹੀਆਂ, ਫਿਰ ਸਾਨੂੰ ਸਾਡੇ ਭਾਈਚਾਰੇ ਨੂੰ ਤਾਂ ਚਾਹੀਦਾ ਨਾ ਕਿ ਚਲੋ ਮਾਤਾ ਦੀ ਅਸੀਂ ਕੋਈ ਆਸ਼ੂਤੋਸ਼ ਵਾਂਗੂ ਤਾਂ ਨਹੀਂ ਜਿਵੇਂ ਉਹਨਾਂ ਦੇ ਡਿਸਾਈਪਲਸ ਕਹਿੰਦੇ ਕਿ ਫਾਰ ਐਵਰ ਪਿਓ ਫਰੀਜ਼ਰ ਵਿੱਚ ਰੱਖਿਆ ਹੋਇਆ, ਕਿ ਸਿਰਫ ਉਹ ਮਾਤਾ ਦੀ ਜਿਹੜੀ ਉਹ ਖਾਹਿਸ਼ ਆ, ਤੜਫ ਆ ਆਪਣੇ ਪੁੱਤ ਦਾ ਸਰੀਰ ਨੂੰ ਵੇਖਣ ਦੀ, ਉਹਦੇ ਕਰਕੇ ਇਹ ਉਹ ਸਾਰੀ ਭਾਈਚਾਰੇ ਨੇ ਵੀ ਚਲੋ ਮਹਿਸੂਸ ਕੀਤਾ ਵੀ ਅੱਜ ਚਲੋ ਚੰਗਾ ਹੈ ਕਿ 12 ਤਰੀਕ ਬਾਰੇ ਗੱਲ ਹੋ ਗਈ ਆ। ਤੇ ਫਿਰ ਉਹ ਕਿਤੋਂ ਕਿ ਜੇ ਮਤਲਬ ਆਪਾਂ ਕਹਿ ਦਿੰਦੇ ਕਿ ਨਹੀਂ ਸਰੀਰ ਖਰਾਬ ਹੋ ਗਿਆ 5 ਨੂੰ ਹੀ ਕਰ ਦਿਓ, ਤੇ ਮਾਤਾ ਦੀ ਜਿਹੜੀ ਉਹ ਤੜਫ ਆ ਉਹ ਕਿਤੇ ਨਾ ਕਿਤੇ ਭਾਈਚਾਰੇ ਪ੍ਰਤੀ ਇੱਕ ਗਿਲਾ ਵੀ ਹੋਊਗਾ ਕਿ ਜੇ ਮੈਂ ਆਪਣੇ ਪੁੱਤ ਦੇ ਕੋਲ ਨਹੀਂ ਸੀ ਤਾਂ ਮੇਰੇ ਨਾਲ ਆਹ ਵਰਤਾਰਾ ਹੋਇਆ, ਆਹ ਸਲੂਕ ਹੋਇਆ। ਬਿਲਕੁਲ। ਅੱਛਾ, ਇੱਕ ਸਵਾਲ ਮੇਰਾ ਜਿਹੜਾ ਨਾ ਇਹ ਵੀ ਸੋਸ਼ਲ ਮੀਡੀਆ ਤੇ ਨਾਲ ਨਾਲ ਘੁੰਮ ਰਿਹਾ। ਜਿਹੜੇ ਸਵਾਲ ਮੈਂ ਤੁਹਾਨੂੰ ਪੁੱਛ ਰਿਹਾ ਨਾ ਉਹ ਸਾਰੇ ਮੀਡੀਆ ਦੇ ਨੇ, ਜਿਹੜੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਨਾ, ਆਮ ਲੋਕ ਗੱਲ ਕਰਦੇ ਨੇ। ਹੁਣ ਇਹ ਵੀ ਕਿਹਾ ਜਾ ਰਿਹਾ ਵੀ ਅਵਤਾਰ ਸਿੰਘ ਖੰਡਾ ਹੋਰਾਂ ਦਾ ਅਸੀਂ ਵੀਜ਼ਾ ਨਹੀਂ ਕਰਵਾ ਸਕੇ, ਉਹਨਾਂ ਦੇ ਜਿਹੜੀ ਫੈਮਿਲੀ ਆ, ਸੋ ਅਸੀਂ 35-40 ਸਾਲ ਤੋਂ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਰਹਿ ਰਹੇ ਆ ਨਾ, ਕਿਹਾ ਜਾਂਦਾ ਸਾਡੇ MP ਹੈਗੇ ਨੇ, ਸਾਡਾ ਬਹੁਤ ਇੱਥੇ ਠੋਕਿਆ ਸਿੱਖ ਕੌਮ ਦੀ, ਵੱਡੇ ਵੱਡੇ ਬਿਜ਼ਨਸ, ਸਾਡੀ ਤਾਂ ਰਾਜਨੀਤੀ, ਪੁਲਿਸ ਦੇ ਵਿੱਚ, ਲਾਅ ਦੇ ਵਿੱਚ ਇੰਨੇ ਵਕੀਲ ਆ, ਸੋ ਆਪਾਂ ਵੀਜ਼ਾ ਨਹੀਂ ਕਰਵਾ ਸਕੇ ਉਹਨਾਂ ਦਾ, ਹਨਾ। ਇਹ ਆਮ ਘੁੰਮ ਰਹੀ ਆ ਵੀ ਸਾਡਾ ਇੰਨਾ ਮਤਲਬ ਕਿ ਨੁਕਸਾਨ ਵੀ ਪਹਿਲਾਂ ਹੋ ਗਿਆ, ਜਾਂ ਫਿਰ ਇਹ ਜਿਹੜੀ ਡੈਥ ਹੋਈ ਹੈ ਇਹ ਵੀ ਬੜਾ ਵੱਡਾ ਕਹਿੰਦੇ ਨੁਕਸਾਨ ਹੈ। ਸੋ ਆਪਾਂ ਜੇ 35 ਸਾਲ ਦੇ ਵਿੱਚ ਇੰਨਾ ਕਰਨ ਦੇ ਕਾਬਲ ਨਹੀਂ ਹੋਏ, ਮੈਂ ਇਹ ਵੀ ਕਿਹਾ ਜਾ ਰਿਹਾ ਵੀ ਜਥੇਬੰਦੀਆਂ ਬੋਲ ਨਹੀਂ ਰਹੀਆਂ ਇਹਦੇ ਉੱਤੇ, ਕੁਝ ਵੀ ਕੋਈ ਗੱਲ ਨਹੀਂ ਕੀਤੀ ਗਈ। ਸਰਦਾਰ ਦਲਜੀਤ ਸਿੰਘ ਜੀ, ਜੇ ਅਸੀਂ ਜਥੇਬੰਦੀ ਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਵੀ ਇਸ ਗੱਲ ਵਿੱਚ ਗਿਲਟੀ ਆ, ਸਮਝੋ। ਦਾਸ ਇਹ ਚੀਜ਼ ਮਹਿਸੂਸ ਕਰਦਾ। ਵੈਸੇ ਤੇ ਪ੍ਰਵਾਸ ਬਹੁਤ ਸਾਲਾਂ ਤੋਂ ਹੋ ਰਿਹਾ ਕਿ ਕੁਦਰਤ ਦਾ ਨਹੀਂ, ਜਿਵੇਂ ਪਸ਼ੂ ਪੰਛੀ ਵੀ ਪ੍ਰਵਾਸ ਕਰਦੇ ਆ, ਤੇ ਇਸ ਤਰ੍ਹਾਂ ਮੇਰਾ ਖਿਆਲ ਸੈਕੰਡ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਕਾਫੀ ਲੋਕ ਆਉਣੇ ਸ਼ੁਰੂ ਹੋਏ। ਬਿਲਕੁਲ। ਜਾਂ ਅਫਰੀਕਨ ਦੇਸ਼ਾਂ ਦੇ ਵਿੱਚੋਂ ਜਿਹੜੋ ਯੁਗਾਂਡਾ ਚ ਈਦੀ ਅਮੀਨ ਸੀ, ਜਦੋਂ ਉਹਨੇ ਕੱਢਿਆ ਕਾਫੀ ਉਦੋਂ ਆਏ।
ਤਾਂ ਉਸ ਵੇਲੇ ਤੋਂ ਲੈ ਕੇ ਜਿਹੜੇ ਆ ਰਹੇ ਸੀਗੇ, ਕਈ ਚੌਥੀ ਜਾਂ ਪੰਜਵੀਂ ਪੀੜ੍ਹੀ ਵਿੱਚ ਆ ਗਏ, ਉਹ ਆਪਣੇ ਤੌਰ ਤੇ ਉਹਨਾਂ ਦਾ ਪ੍ਰਭਾਵ ਆ, ਕੋਈ ਕਿਸੇ ਖੇਤਰ ਵਿੱਚ, ਕੋਈ ਕਿਸੇ ਖੇਤਰ ਵਿੱਚ, ਕੋਈ ਵਪਾਰ ਵਿੱਚ, ਕੋਈ ਸਿਆਸਤ ਵਿੱਚ। ਫਿਰ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਦਾ ਤੇ ਇੱਥੇ ਖਾਲਿਸਤਾਨ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਆਉਂਦੀਆਂ, ਔਰ ਜਥੇਬੰਦੀਆਂ ਸਮੇਂ-ਸਮੇਂ ਤੇ ਕਹਿੰਦੇ ਆ ਕਿ ਅਸੀਂ ਲੌਬੀ ਕਰਦੇ ਆ ਪਾਰਲੀਮੈਂਟ ਵਿੱਚ, ਜਾਂ ਅੱਜ ਤੱਕ ਕਰਦੇ ਜਾਂ ਫਿਊਚਰ ਵਿੱਚ ਵੀ ਕਰਨਗੇ। ਤਾਂ ਉਹ ਸਾਰੇ ਇਹ ਦਾਅਵਾ ਕਰਦੇ ਸੀਗੇ, ਜਾਂ ਉਹਨਾਂ ਨੂੰ ਇਹ ਵਹਿਮ ਸੀਗਾ ਕਿ ਸ਼ਾਇਦ ਖਾਲਿਸਤਾਨ ਲਈ ਇਹ ਗਵਰਨਮੈਂਟ ਸਾਡੀ ਸਪੋਰਟ ਕਰੂਗੀ, ਜਾਂ ਹਿਊਮਨ ਰਾਈਟਸ ਲਈ ਸਾਡੀ ਸਪੋਰਟ ਕਰੂਗੀ, ਜਾਂ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਕੋਈ ਗੱਲਾਂ ਆਉਣਗੀਆਂ। ਪਰ ਇਹ ਕਿੱਡੀ ਤਰਾਸਦੀ ਹੈ, ਜਿਵੇਂ ਦਾਸ ਨੇ ਕਿਹਾ ਕਿ ਇੱਕ ਆਮ ਮਾਨਵਤਾ ਦੇ ਆਧਾਰ ਤੇ ਆਪਾਂ ਜਿਹੜਾ ਸੰਸਕਾਰ ਲਈ ਕਾਫਲਾ ਜਾ ਰਿਹਾ ਹੁੰਦਾ, ਗੱਡੀਆਂ ਰੋਕ ਦਿੰਦੇ। ਸਾਡੀਆਂ ਜਥੇਬੰਦੀਆਂ ਜਾਂ ਜਿਹੜੇ ਸਾਡੇ ਇੱਥੇ ਪੋਲਿਟਿਕਸ ਵਿੱਚ MP ਵੀ ਬਣੇ ਆ, ਕਾਉਂਸਲਰਸ ਵੀ ਬਣੇ ਆ, ਮੈਂ ਜਥੇਬੰਦੀ ਦਾ ਭਾਵੇਂ ਛੋਟੀ ਆ ਜਾਂ ਕੁਛ ਆ, ਉਹ ਨੈਤਿਕ ਜ਼ਿੰਮੇਵਾਰੀ ਕਬੂਲਦਾ ਕਿ ਅਸੀਂ ਇੱਥੇ ਸਾਡਾ ਫੇਲੀਅਰ ਆ। ਉਹ ਨਾਲ ਦੀ ਨਾਲ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ, ਜਦੋਂ ਇਹ ਗੱਲ ਚੱਲਦੀ ਆ ਤਾਂ ਕਿਉਂਕਿ ਸੋਸ਼ਲ ਮੀਡੀਆ ਨਾ ਬਹੁਤ ਰਿਸਕੀ ਜਿਹਾ ਬਣ ਗਿਆ। ਬਿਲਕੁਲ ਆਮ ਤੌਰ ਤੇ ਹੁੰਦਾ ਹੈ ਕਿ ਮੀਡੀਆ ਪੋਜ਼ਿਟਿਵ ਕੰਮ ਲਈ ਵਰਤਿਆ ਜਾਣਾ ਚਾਹੀਦਾ, ਪਰ ਸੋਸ਼ਲ ਮੀਡੀਆ ਤੇ ਨਕਲੀ ਖਾਤੇ ਬਣ ਗਏ ਆ, ਜਾਂ ਜਿਹੜੀਆਂ ਕਈ ਸਰਕਾਰਾਂ ਜਾਂ ਪਾਰਟੀਆਂ, ਖਾਸ ਕਰ ਇੰਡੀਆ ਜਾਂ ਪੰਜਾਬ ਦੀਆਂ, ਉਹਨਾਂ ਨੂੰ ਪਤਾ ਕਿ ਸਾਡੇ ਕੰਮ ਇਹੋ ਜਿਹੇ ਆ ਵੀ ਲੋਕਾਂ ਨੇ ਗਾਲਾਂ ਕੱਢਣੀਆਂ, ਉਹਨਾਂ ਨੇ ਆਪਣੇ ਬੰਦਿਆਂ ਨੂੰ ਕਹਿਤਾ ਕਿ ਜਦੋਂ ਨੈਟ ਪੈਕ ਜਿਹਾ ਪਵਾ ਦਿੰਦੇ ਆ ਵੀ ਤੁਹਾਤੋਂ ਲੌਜੀਕਲੀ ਗੱਲ ਤਾਂ ਕਰਨੀ ਹੋਣੀ, ਵੀ ਜੇ ਕੋਈ ਸਾਡੇ ਖਿਲਾਫ ਕੋਈ ਗੱਲ ਪਾਉਂਦਾ ਬਸ ਉਹਨੂੰ ਗਾਲਾਂ ਕੱਢਣੀਆਂ, ਇਸ ਨੀਚਤਾ ਦੇ ਹੱਦ ਤੱਕ ਸ਼ੁਰੂ ਕਰ ਦਿਓ। ਤਾਂ ਉਹ ਇਸ ਤਰ੍ਹਾਂ ਦਾ ਉਹ ਸਾਰਾ ਵਰਤਾਰਾ ਜਿਹਾ ਚੱਲ ਪਿਆ ਆ, ਤਾਂ ਉਹ ਬਸ ਗਾਲਾਂ ਤੇ ਸਾਰਾ ਕੁਝ ਕਰੀ ਜਾਂਦੇ ਆ, ਲਗਾਤਾਰ ਕਰੀ ਜਾਂਦੇ ਆ। ਇੱਥੇ ਆ ਕੇ ਵੀ ਉਹ ਕਈਆਂ ਨੇ ਚਲੋ ਇਸ ਢੰਗ ਨਾਲ ਵੀ ਪੋਸਟ ਪਾਤੀ ਕਿ ਤੁਸੀਂ ਇੱਥੇ ਦੀਆਂ ਸਰਕਾਰਾਂ ਨੂੰ ਦੋਸ਼ੀ ਕਹਿੰਦੇ ਆ ਕਿ ਉਹ ਫੇਰ ਵੀਜ਼ਾ ਨਹੀਂ ਦਿੱਤਾ ਜਾਂ ਕੁਛ, ਦੇਖੋ ਰੈਫਰੈਂਡਮ ਤਾਂ ਕਰਵਾ ਹੀ ਰਹੇ ਆ। ਤਾਂ ਉਹ ਮਤਲਬ ਹਰੇਕ ਚੀਜ਼ ਨੂੰ ਨਾ ਉਹ ਇੱਕ ਦੂਜੇ ਨਾਲ ਰਲ ਗੱਡ ਕਰਨਾ ਚਾਹੁੰਦੇ। ਜੇ ਹੁਣ ਬੰਦਾ ਇਸ ਚੀਜ਼ ਦਾ ਜਵਾਬ ਦਊਗਾ, ਫਿਰ ਅੱਗਿਓਂ ਇਹ ਜਿਹੜਾ ਤੂੰ ਰੈਫਰੈਂਡਮ ਦਾ ਵਿਰੋਧੀ, ਅਸਲ ਮੁੱਦਾ ਇੱਕ ਪਾਸੇ ਛੱਡ ਲੈਣਾ। ਸਰਕਾਰ ਦਾ ਕੰਮ ਇਸ ਤਰੀਕੇ ਦੇ ਨਾਲ ਆਸਾਨ ਕਰ ਰਹੇ ਆ। ਜਦੋਂ ਇੱਕ ਮੁੱਦਾ ਆ, ਅਸੀਂ ਮੁੱਦੇ ਨੂੰ ਛੱਡ ਕੇ ਅੱਗੇ ਤੋਂ ਅੱਗੇ ਰੈਫਰੈਂਡਮ ਕਰਵਾ ਰਹੇ ਆ। ਉਹ ਡੈਮੋਕ੍ਰੈਟਿਕ ਇੱਕ ਵੋਟਿੰਗ ਸਿਸਟਮ ਆ, ਵੋਟਾਂ ਪਾ ਰਹੇ ਆ। ਉਹਦਾ ਇੰਪੈਕਟ ਚਲੋ ਪ੍ਰੋਪੇਗੈਂਡੇ ਦੇ ਤੌਰ ਤੇ ਠੀਕ ਆ, ਉਹ ਵੋਟਾਂ ਪਵਾ ਰਹੇ, ਆਉਣ ਵਾਲੇ ਸਮੇਂ 'ਚ ਉਹਦਾ ਇੰਪੈਕਟ ਹੋਊਗਾ। ਉਹਨੂੰ ਇੱਕ ਪਾਸੇ ਰੱਖ ਕੇ ਇਹ ਉਹ ਕਰਵਾ ਰਹੇ, ਉਹਨਾਂ ਠੀਕ ਹੈ। ਇਹਦਾ ਮਤਲਬ ਇਹ ਥੋੜਾ ਕਿ ਜੇ ਰੈਫਰੈਂਡਮ ਕਰਵਾ ਰਹੇ ਤੇ ਬਾਕੀ ਸਭ ਕੁਝ ਨਾ ਵੀ ਕਰਨ ਤਾਂ ਵੀ ਅਸੀਂ ਮਤਲਬ ਸੈਟੀਸਫਾਈਡ ਸਮਝੀਏ ਆਪਣੇ ਆਪ ਨੂੰ। ਇੱਕ ਇੱਕ ਚੀਜ਼ ਜਿਹੜੀ ਉਹ ਇੱਕ ਉਹਦਾ ਵੱਖਰਾ ਮਤਲਬ ਮਹੱਤਵ ਹੁੰਦਾ ਆ। ਹੁਣ ਪਰਿਵਾਰ ਦੇ ਵਿੱਚ ਜੇ 4-5 ਜੀ ਹੋਣ, ਇੱਕ ਜੀ ਰੱਜ ਕੇ ਰੋਟੀ ਖਾ ਲਵੇ, ਦੂਜਾ ਭੁੱਖਾ ਬੈਠਾ ਹੋਵੇ, ਤੇ ਜਿਹੜਾ ਭੁੱਖਾ ਉਹ ਕੰਪਲੇਨ ਕਰੂਗਾ ਨਾ ਵੀ ਮੈਨੂੰ ਖਾਣਾ ਨਹੀਂ ਮਿਲਿਆ। ਔਰ ਜੇ ਕੋਈ ਦੂਜਾ ਕਵੇ ਦੇਖਦਾ ਇਹ ਵੀ ਤੇਰੇ ਪਰਿਵਾਰ ਦਾ, ਇਹ ਤਾਂ ਰੱਜ ਕੇ ਖਾ ਲੈ, ਤੂੰ ਕਿਉਂ ਕੰਪਲੇਨ ਕਰਦਾ? ਮਤਲਬ ਸਿੰਪਲ ਜੀ ਚੀਜ਼ ਆ ਨਾ, ਵੀ ਜਿਹਨੂੰ ਨਹੀਂ ਮਿਲੀ ਆਪਾਂ ਉਹਦੀ ਵੀ ਤਾਂ ਗੱਲ ਕਰਨੀ ਆ। ਤਾਂ ਜਿਹਦੇ ਨਾਲ ਬੇਇਨਸਾਫੀ ਹੋਈ ਆ ਆਪਾਂ ਉਹਦੀ ਗੱਲ ਕਰਾਂਗੇ। ਜਿਹਦੀ ਜਿੰਨੀ ਨੈਤਿਕ ਜ਼ਿੰਮੇਵਾਰੀ ਉਹ ਵੀ ਕਬੂਲ ਕਰਨੀ ਚਾਹੀਦੀ ਆ। ਔਰ ਭਵਿੱਖ ਵਿੱਚ ਅਸੀਂ ਇਹਦੇ ਲਈ ਜਿਹੜਾ ਇਹ ਫੇਲੀਅਰ ਆ ਉਹਨੂੰ ਕਿਵੇਂ ਟੈਕਲ ਕਰਨਾ ਆ, ਉਹਦੀ ਵੀ ਆਪਾਂ ਨੂੰ ਕਰਨੀ ਪਊਗੀ। ਇਹਦੇ ਵਿੱਚ ਆਪਾਂ ਇੱਕ ਦੂਜੇ ਦੇ ਵਿਰੋਧੀ ਨਹੀਂ ਬਣਦੇ, ਕਿਉਂਕਿ ਜਿੱਥੇ ਕੋਈ ਕਮੀ ਰਹੀ ਆ, ਜੇ ਇੱਕ ਬੰਦਾ ਪਰਿਵਾਰ 'ਚ ਵੀ ਕਈ ਵਾਰੀ ਹੁੰਦਾ ਨਾ, ਆਪਾਂ ਕੋਈ ਦਿਨ ਮੌਕਾ ਕਰਦੇ ਹਾਂ, ਦਿਨ ਮੌਕੇ ਤੋਂ ਬਾਅਦ ਬੈਠਦੇ ਆ ਕਿ ਆਹ ਚੀਜ਼ ਠੀਕ ਹੋ ਗਈ, ਆਹ ਚੀਜ਼ ਠੀਕ ਨਹੀਂ ਹੋਈ, ਇਹਨੂੰ ਅੱਗੇ ਤੋਂ ਕਿਵੇਂ ਠੀਕ ਕਰਨਾ। ਆਪਾਂ ਮਤਲਬ ਕੌਮੀਅਤ ਦੇ ਤੌਰ ਤੇ ਇਹ ਗੱਲਾਂ ਕਿਉਂ ਨਹੀਂ ਕਰ ਸਕਦੇ, ਤੇ ਇੱਕ ਦੂਜੇ ਨੂੰ ਦੁਸ਼ਮਣ ਜਾਂ ਵਿਰੋਧੀ ਕਿਉਂ ਸਮਝਦੇ ਆ? ਆਪਾਂ ਤਾਂ ਇਹੀ ਕਰ ਰਹੇ ਨਾ ਕਿ ਇਹ ਪਰਿਵਾਰ ਦੇ ਨਾਲ ਐਡਾ ਦੁਖਾਂਤ ਵਾਪਰਿਆ, ਰੱਬ ਨਾ ਕਰੇ ਕਿਸੇ ਨਾਲ ਹੋਰ ਹੋਵੇ ਤਾਂ ਫੇਰ ਕੀ। ਜੀ ਬਾਕੀ ਔਰ ਇਹ ਸਰਕਾਰਾਂ ਤਾਂ ਵੈਸੇ ਜਿਹੜਾ ਵੀ ਥੋੜਾ ਬਹੁਤਾ ਪੜ੍ਹਿਆ ਲਿਖਿਆ, ਕਿਉਂਕਿ ਪੁਰਾਣਿਆਂ ਸਮਿਆਂ 'ਚ ਸੀਗਾ ਕਿ ਲੋਕ ਇੰਨੇ ਪੜ੍ਹੇ ਲਿਖੇ ਨਹੀਂ ਸੀਗੇ, ਜਾਂ ਕਈ ਅੱਤ ਦੀ ਗਰੀਬੀ ਜਾਂ ਕੁਛ ਮਾਹੌਲ 'ਚੋਂ ਆਏ, ਤਾਂ ਉਹਨਾਂ ਨੂੰ ਥੋੜਾ ਜਿਹਾ ਵੀ ਇੱਥੇ ਦਾ ਸਹੂਲਤਾਂ ਦੇ ਨਾਲ ਸਾਰਾ ਕੁਝ ਬਹੁਤ ਵਧੀਆ ਲੱਗਦਾ ਸੀਗਾ। ਪਰ ਜੇ ਤੁਸੀਂ ਪੜ੍ਹੇ ਲਿਖੇ ਆ ਜਾਂ ਖੇਤਰ ਵਿੱਚ ਵਿਚਰਦੇ, ਤੁਹਾਨੂੰ ਲੱਗਦਾ ਆ ਕਿ ਵਿਤਕਰਾ ਤਾਂ ਕਿਤੇ ਨਾ ਕਿਤੇ ਇੱਥੇ ਵੀ ਹੁੰਦਾ ਆ। ਤਾਂ ਕੁਝ ਸਮਾਂ ਪਹਿਲੇ ਮੈਂ ਹੈਰਾਨ ਆ ਕਿ ਇੱਕ ਐਕਸੀਡੈਂਟ ਹੋਇਆ, ਤੇ ਕਾਫੀ ਸੀਰੀਅਸ ਐਕਸੀਡੈਂਟ ਸੀਗਾ। ਤਾਂ ਉਹ ਗੱਡੀ ਫੀਤਾ ਹੋ ਗਈ, ਤਾਂ ਡਰਾਈਵਰ ਫੁੱਟਪਾਥ ਤੇ ਪਿਆ। ਔਰ ਅੱਧੀ ਰਾਤ ਦਾ ਸਮਾਂ ਸੀਗਾ, ਅੱਧਾ ਘੰਟਾ ਜਿਹੜੀ 999 ਲਈ ਮੈਂ ਕਾਲ ਕੀਤੀ, ਅੱਧਾ ਘੰਟਾ ਬਹਿਸ ਕਰਦੇ ਰਹੇ। ਸ਼ੁਰੂ 'ਚ ਹੀ ਮੈਨੂੰ ਪੁੱਛਦੇ ਕਿ ਜਿਹਦੇ ਨਾਲ ਚਲੋ ਮੇਰੀ ਉਹ ਝੱਟ ਸਮਝ ਲੈਂਦੇ ਕਿ ਏਸ਼ੀਅਨ ਲੈਂਗੁਏਜ ਬੋਲ ਰਿਹਾ ਬੰਦਾ,
ਤਾਂ ਮੈਨੂੰ ਪੁੱਛ ਰਿਹਾ ਕਿ ਜੇ ਨਾਲ ਐਕਸੀਡੈਂਟ ਹੋਇਆ ਉਹ ਗੋਰਾ ਆ, ਕਾਲਾ ਆ, ਏਸ਼ੀਅਨ ਆ ਜਾਂ ਕੀ ਆ। ਮੈਂ ਕਿਹਾ ਕਿ ਤੁਹਾਡਾ ਫਰਜ਼ ਇਹ ਆ ਕਿ ਬਹੁਤ ਸੀਰੀਅਸ ਐਕਸੀਡੈਂਟ ਹੋਇਆ ਤੇ ਉਹ ਫੁੱਟਪਾਥ ਤੇ ਪਿਆ, ਬਹੁਤ ਚੀਕਾਂ ਮਾਰ ਰਿਹਾ, ਥੋੜੀ ਵੀ ਦੇਰੀ ਕੋਈ ਭਿਆਨਕ ਨਤੀਜਾ ਕੱਢ ਸਕਦੀ ਆ ਵੀ ਇੱਥੇ ਐਂਬੂਲੈਂਸ ਤੇ ਪੁਲਿਸ ਭੇਜੋ, ਛੇਤੀ ਤੋਂ ਛੇਤੀ ਉਹਦੀ ਜਾਨ ਬਚਾ ਲਓ। ਬਾਅਦ ਵਿੱਚ ਆ ਕੇ ਤੁਸੀਂ ਉਹਦੀ ਦੇਖ ਇਹ ਧਰਮ ਤੇ ਜਾਤ ਤੇ ਰੰਗ ਫਿਰ ਪੁੱਛ ਲਿਓ ਉਹਦੀ ਉਮਰ ਕਿੰਨੀ ਆ, ਉਹ ਐ ਕਿੱਦਾਂ ਆ, ਉਹ ਆ ਕਿੱਦਾਂ ਆ। ਅੱਧਾ ਘੰਟਾ ਲਾਇਆ, ਫੇਰ ਜਾ ਕੇ ਪੁਲਿਸ ਤੇ ਐਂਬੂਲੈਂਸ ਆਈ। ਜੇ ਉਹੀ ਮੇਰਾ ਖਿਆਲ ਆ ਕਿ ਜੇ ਇੱਥੇ ਦਾ ਮੂਲ ਉਹ ਜਿਹੜੇ ਹੁੰਦੇ ਆ, ਜਾਂ ਜਿਵੇਂ ਜਗਤਾਰ ਸਿੰਘ ਜੱਗੀ ਜੌਲ ਦਾ ਮਾਮਲਾ, ਜੇ ਉਹਦੀ ਜਗ੍ਹਾ ਕੋਈ ਅੰਗਰੇਜ਼ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਹੁੰਦਾ, ਇਹਨਾਂ ਦੇ 1 ਜਾਂ 2 ਐਮਪੀਆਂ ਨੇ ਉਸ ਦੇਸ਼ ਵਿੱਚ ਜਾ ਕੇ ਆਪਣੀ ਐਮਬੈਸੀ 'ਚ ਡੇਰਾ ਲਾ ਲੈਣਾ। ਬਿਲਕੁਲ ਇਟਲੀ ਦੀ ਉਦਾਹਰਨ ਹੈ ਜੀ। ਇਟਲੀ ਦੇ ਜਿਹੜੇ ਨੇਵੀ ਦੇ ਜਿਹੜੇ ਕੁਝ ਜਿਹੜੇ ਸੀਗੇ ਫੌਜੀ ਫੜੇ ਹੋਏ ਸੀਗੇ ਜਿਹੜੇ ਨਾ, ਤੁਹਾਨੂੰ ਯਾਦ ਉਹਨਾਂ ਨੇ ਮਛਿਆਰਿਆਂ ਦੇ ਗੋਲੀਆਂ ਮਾਰ ਦਿੱਤੀਆਂ ਸੀ। ਸੋ 2-3 ਸਾਲ ਲੱਗੇ, ਪਰ ਇਟਲੀ ਦੀ ਸਰਕਾਰ ਨੇ ਪਿੱਛਾ ਨਹੀਂ ਛੱਡਿਆ, ਉਹ ਕੇਸ ਦੀ ਪੈਰਵਾਈ ਕਰਦੇ ਰਹੇ, ਇੱਥੋਂ ਤੱਕ ਕਿ ਹਾਲਾਤ ਦੋਨਾਂ ਦੇ ਜਿਹੜੇ ਆਪਸੀ ਤਾਲਮੇਲ ਸੀ ਉਹ ਖਰਾਬ ਹੋਣ ਤੱਕ ਆ ਗਿਆ ਸੀ। ਏਡੀ ਵੱਡੀ ਗੱਲ ਹੋਈ ਸੀ। ਹਾਂਜੀ, ਤਾਂ ਜਦੋਂ ਹੁਣ ਇੱਥੇ ਜਗਤਾਰ ਸਿੰਘ ਜੌਲ ਦਾ ਮਾਮਲਾ ਆਇਆ ਜਾਂ ਬੀਬੀ ਕਿਰਨਜੀਤ ਕੌਰ ਉਹਨਾਂ ਨੂੰ ਆਉਣ ਨਹੀਂ ਦਿੰਦੇ, ਤੁਸੀਂ ਕੋਈ ਚਿੱਠੀ ਪੱਤਰ ਕਰੋ, ਉਹ ਕਹਿੰਦੇ ਆ ਕਿ ਜਿਵੇਂ ਇੰਗਲੈਂਡ ਸਾਡਾ ਭਈ ਸੋਵਰੇਨਟੀ ਵਾਲਾ ਦੇਸ਼ ਆ, ਅਸੀਂ ਨਹੀਂ ਚਾਹੁੰਦੇ ਇੱਥੇ ਕੋਈ ਦਖਲ ਅੰਦਾਜ਼ੀ ਕਰੇ, ਏਦਾਂ ਹੀ ਇਹ ਇੰਡੀਆ ਦਾ ਇੰਟਰਨਲ ਮਾਮਲਾ ਹੈ, ਅਸੀਂ ਇੰਟਰਫੇਅਰ ਨਹੀਂ ਕਰਨਾ। ਹੁਣ ਇਹਨਾਂ ਨੂੰ ਪੁੱਛੇ ਕਿ ਜੇ ਇੰਡੀਆ ਦਾ ਇੰਟਰਨਲ ਮਾਮਲਾ ਹੈ, ਤੁਸੀਂ ਇੰਟਰਫੇਅਰ ਨਹੀਂ ਕਰਨਾ, ਤੁਸੀਂ ਇਰਾਕ, ਲੀਬੀਆ ਤੇ ਉਹ ਬਾਕੀ ਸੀਰੀਆ ਜਾਂ ਬਾਕੀ ਉੱਥੇ ਕਿਵੇਂ ਕਰ ਸਕਦੇ ਹੋ। ਤਾਂ ਦੂਜਾ ਦੇਖਣ ਵਾਲੀ ਗੱਲ ਆ ਕਿ ਜਦੋਂ ਫਿਰ ਉੱਥੇ ਦੇ ਮੀਡੀਆ ਵਿੱਚ ਬੈਠ ਕੇ ਉਹ ਲੋਕ ਸ਼ਰੇਆਮ ਕਹਿੰਦੇ ਆ, ਉਹ ਜਿਹੜਾ ਮੇਜਰ ਜਾਂ ਆਪਣੇ ਆਪ ਨੂੰ ਕਹਾ ਰਿਹਾ, ਹਾਲਾਂਕਿ ਉਹ ਜਦੋਂ ਉੱਥੇ ਐਮਬੈਸੀ ਤੋਂ ਝੰਡਾ ਲਾਇਆ ਉਹ ਕੋਈ ਹੋਰ ਨੌਜਵਾਨ ਸੀਗਾ, ਅਵਤਾਰ ਸਿੰਘ ਖੰਡਾ ਬਹੁਤ ਬਾਅਦ ਵਿੱਚ ਜਾਂਦਾ, ਉਹ ਵਿਅਕਤੀ ਸ਼ਰੇਆਮ ਕਰ ਰਿਹਾ, ਖੰਡਾ ਤੂੰ ਤੋਂ ਗਿਆ। ਕੈਨੇਡਾ ਦੇ ਵਿੱਚ ਜੋ ਵਾਰਦਾਤਾਂ ਚੱਲੀਆਂ, ਤਾਂ ਜਿਹੜਾ ਵਿਦੇਸ਼ ਮੰਤਰੀ ਆ ਉਹ ਸ਼ਰੇਆਮ ਕਹਿ ਰਿਹਾ ਕਿ ਜੇ ਕੈਨੇਡਾ ਦੀ ਸਰਕਾਰ ਨਹੀਂ ਕੁਛ ਕਰੂਗੀ, ਸਾਨੂੰ ਕੁਛ ਕਰਨਾ ਪਊਗਾ। ਤਾਂ ਫਿਰ ਉਹ ਮਤਲਬ ਤੁਸੀਂ ਕਿਸੇ ਦੇ ਦੇਸ਼ ਵਿੱਚ, ਉਹ ਜਦੋਂ ਇਲੈਕਸ਼ਨ ਸੀਗੀ ਤਾਂ ਇੰਡੀਆ ਦੇ ਵਿੱਚ ਟਰੰਪ ਦੇ ਹੱਕ ਵਿੱਚ ਹੋ ਰਿਹਾ ਸੀਗਾ, ਜਦੋਂ ਬਾਹਰ ਕੋਈ ਗੱਲ ਕਰਦਾ ਕਹਿੰਦੇ ਕਿ ਇੰਡੀਆ ਦੇ ਮਾਮਲੇ 'ਚ ਉਹ ਬੋਲ ਨਹੀਂ ਸਕਦੇ, ਪਰ ਜੇ ਮੰਨ ਲਓ ਕੋਈ ਬਾਹਰ ਇੰਡੀਆ ਦੇ ਬਾਰੇ ਚੰਗਾ ਕਹਿ ਰਿਹਾ, ਉਦੋਂ ਫਿਰ ਉੱਥੇ ਪ੍ਰੇਜ਼ ਕਰਦੇ ਆ ਕਿ ਉਹ ਸਾਡੇ ਮਾਮਲੇ 'ਚ ਚੰਗਾ ਬੋਲੇ। ਫਿਰ ਉਹ ਵੀ ਤਾਂ ਦਖਲ ਹੀ ਹੁੰਦਾ ਜਦੋਂ ਚੰਗਾ, ਜਦੋਂ ਮੈਂ ਤੁਹਾਡੇ ਬਾਰੇ ਕੋਈ ਚੰਗਾ ਕਹਿਣਾ, ਉਹ ਵੀ ਤਾਂ ਮੈਂ ਤੁਹਾਡੇ ਬਾਰੇ ਹੀ ਕਹਿ ਰਿਹਾ, ਟਿੱਪਣੀ ਤਾਂ ਹੋਈ ਹੈ ਨਾ, ਤਾਂ ਫੇਰ ਕਿਉਂ ਬਰਦਾਸ਼ਤ ਕਰਦੇ ਆ। ਇਹ ਜਿਹੜਾ ਸਾਰਾ ਵਰਤਾਰਾ ਹੈ ਨਾ, ਇੱਕ ਲਾਲ ਫੀਤਾਸ਼ਾਹੀ ਦੁਨੀਆ ਵਿੱਚ ਚੱਲ ਪਈ ਆ। ਇਹ ਐਸਾ ਜਾਲ ਜਿਹਾ ਬੁਣ ਦਿੰਦੇ ਆ, ਇੱਕ ਦੇ ਨਾਲ ਦੂਜੀ ਕੜੀ ਜਿਹੀ ਜੋੜ ਦਿੰਦੇ ਆ, ਇਨਸਾਨ ਬਸ ਛਟਪਟਾ ਕੇ ਰਹਿ ਜਾਂਦਾ, ਬੇਬਸ ਜਿਹਾ ਹੋ ਕੇ ਰਹਿ ਜਾਂਦਾ। ਇੱਕ ਕ੍ਰੋਧ ਦੀ ਭਾਵਨਾ ਉਹ ਲੈ ਕੇ ਜ਼ਿੰਦਗੀ ਬਤੀਤ ਕਰਨ ਵਾਲੀ ਗੱਲ ਬਣ ਜਾਂਦੀ ਆ। ਤੁਸੀਂ ਇਸ ਟੌਪਿਕ ਦੇ ਉੱਤੇ ਆਪਣੇ ਵਿਚਾਰ ਦਿੱਤੇ, ਤੁਹਾਡਾ ਬਹੁਤ ਧੰਨਵਾਦ ਕਰਦਾ ਜੀ। ਧੰਨਵਾਦ ਜੀ। ਸੋ ਦਰਸ਼ਕੋ, ਬਿਲਕੁਲ ਗੱਲ ਇੱਕ ਮੀਡੀਆ ਦੇ ਨਾਤੇ ਅਸੀਂ ਇਹ ਵੀ ਕਰ ਦਿੰਦੇ ਹਾਂ ਕਿ ਜਿਸ ਬੰਦੇ ਦੀ ਮੌਤ ਹੀ ਹੋ ਗਈ, ਯਾਨੀ ਕਿ ਉਹ ਇਸ ਦੁਨੀਆ ਦੇ ਉੱਤੇ ਨਹੀਂ ਰਿਹਾ, ਤੇ ਉਹਦੇ ਨਾਂ ਦਾ ਰੌਲਾ ਕਾਹਦਾ? ਫਿਰ ਉਹਦੇ ਤੇ ਸਰਕਾਰਾਂ ਵੀ ਫਿਰ ਇਸ ਤਰ੍ਹਾਂ ਦੇ ਜਿਹੜੀਆਂ ਬੰਦਿਸ਼ਾਂ ਕਿਉਂ ਲਾਉਂਦੀਆਂ ਨੇ, ਚਾਹੇ ਭਾਰਤ ਸਰਕਾਰ ਹੋਵੇ ਚਾਹੇ ਬ੍ਰਿਟਿਸ਼ ਸਰਕਾਰ ਹੋਵੇ। ਸੋ ਦੋਨਾਂ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਜਿਹੜਾ ਹੈ ਪਾਉਣਾ ਚਾਹੀਦਾ ਹੈ। ਸੋ ਜਿੱਥੇ ਗੱਲ ਉਹ ਮਾਤਾ ਚਰਨਜੀਤ ਕੌਰ ਅਤੇ ਭੈਣ ਜੀ ਜਿਹੜੇ ਨੇ ਉਹਨਾਂ ਦੇ ਆਉਣ ਦੀ ਹੈ, ਤਾਂ ਵੀਜ਼ਾ ਵੀ ਪ੍ਰੋਵਾਈਡ ਕਰਨਾ ਚਾਹੀਦਾ ਹੈ। ਤੇ ਜੇਕਰ ਭਾਰਤ ਵਿੱਚ ਅੰਮ੍ਰਿਤਕ ਦੇ ਲਿਜਾਉਣ ਦੀ ਗੱਲ ਹੈ ਤੇ ਉਹਦੇ ਉੱਤੇ ਵੀ ਕੋਈ ਵੀ ਵਿਤਕਰਾ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ। ਅਸਲ ਜਿਹੜੀਆਂ ਬੁਨਿਆਦੀ ਕਦਰਾਂ ਕੀਮਤਾਂ ਨੇ ਉਹ ਤਾਂ ਇਹ ਕਹਿੰਦੀਆਂ ਨੇ, ਬਾਕੀ ਸਰਕਾਰਾਂ ਦੇ ਉੱਤੇ ਆ। ਬਹੁਤ ਧੰਨਵਾਦ, ਮਿਲਦੇ ਆ ਜੀ ਫਿਰ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।